बड़े उत्थों अड्डे तो कागज पत्तर चक ले ते अड्डा साफ करता आउंदे सरदार अवतार हैनरी दे घरों चाह पी के मुड़ गए आउंदे खा बस स्टैंड जलंधर क्यों नहीं आए पर ਇਹ ਤਾਂ ਨਹੀਂ ਕਿ ਤੁਸੀਂ ਵਿਤਕਰੇ ਕਰੋ ਯਾਰ ਲੋਕਾਂ ਨਾਲ ਠੀਕ ਹੈ ਜੇ ਤੁਹਾਡੀ ਰੰਜਿਸ਼ ਘਰਾਣੇ ਵਾਲਾ ਕੋਈ ਖੁੰਦਕ ਹੈਗੀ ਉਦਾਂ ਕੱਢ ਲਓ ਤੇ ਸਾਡਾ ਇਹ ਚ ਕੀ ਕਸੂਰ ਸੀ ਜਿਹੜਾ ਜਾਂਦੀਆਂ ਟਾਈਮ ਟੇਬਲ 'ਚ ਜਿਹੜੀ ਟਰਾਂਸਪੋਰਟ ਦਾ ਟਾਈਮ ਟੇਬਲ ਦੇ ਵਿੱਚ ਜਲੰਧਰ ਅੰਮ੍ਰਿਤਸਰ ਟਾਈਮ ਹੀ ਹੈ ਉਹ ਵੀ ਗੱਡੀ ਚੱਲੀ ਜਾਂਦੀ ਉਹਨਾਂ ਦੇ ਨੇੜੇ ਆਉਂਦਾ ਖਰਾ ਜਾਣਾ ਪਾਸਾਂ ਦੀਆਂ ਗੱਡੀਆਂ ਨੇ ਕਾਂਗਰਸੀ ਲੀਡਰਾਂ ਦੀਆਂ ਇਹ ਸਰਦਾਰ ਜਸਵੀਰ ਸਿੰਘ ਡੈਂਪੇ ਦੀਆਂ ਗੱਡੀਆਂ ਤੇਰੇ ਦੀ ਰਾਜਨੀਤੀ ਨੂੰ ਲੈ ਕੇ ਮੈਂ ਵੀ ਰਾਜਾ ਵੜਿੰਗ ਹੋਣਾ ਨੂੰ ਕਈ ਵਾਰੀ ਸਵਾਲ ਕੀਤਾ ਹੈ। ਉਹ ਕਹਿੰਦੇ ਨੇ ਕਿ ਚਾਹੇ ਕਾਂਗਰਸੀ ਲੀਡਰ ਹੋਣ, ਕਹਿੰਦੇ ਚਾਹੇ ਕਰਤਾਰ ਹੋਏ ਚਾਹੇ ਪਿਆਰ ਹੋਏ, ਕਹਿੰਦੇ ਸਾਰੀਆਂ ਜ਼ਬਤ ਕੀਤੀਆਂ ਜਿਨ੍ਹਾਂ ਦਾ ਟੈਕਸ ਨਹੀਂ ਸੀ। ਨਿਊਦੀਪ ਬੱਸ ਦੇ ਮਗਰ ਪੈ ਗਿਆ, ਜੁਝਾਰ ਬੱਸ ਦੇ ਮਗਰ ਪੈ ਗਿਆ, ਔਰਬਿਟ ਦੇ ਬੱਸ ਦੇ ਮਗਰ ਪੈ ਗਿਆ। ਇਹ ਤਾਂ ਸਵੇਰੇ ਜਦੋਂ ਉੱਠਦੇ ਸੀ ਸਵੇਰੇ ਅਸੀਂ ਟੀਵੀ ਲਾ ਲੈਂਦੇ ਸੀ, ਇਸ ਤਾਂ ਇਹ ਸੋਚਦੇ ਸੀ ਗੁਰਬਾਣੀ ਸੁਣ ਗਏ। ਇਹ ਤਾਂ ਜਦੋਂ ਕਰੀ ਜਾਂਦੇ ਆ ਬਾਦਲ 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 ਬਸ ਇਹਨਾਂ ਨੂੰ ਹੋਰ ਕੁਝ ਦਿੰਦਾ ਹੀ ਨਹੀਂ ਸੀ ਮੁੱਦਾ। ਇਹ ਸਿਰਫ ਇਹਨਾਂ ਨੇ ਆਪਣੀ ਇੱਕ ਹਿੰਮਤ ਦਿਖਾਈ ਆ ਰਾਜੇ ਵੜਿੰਗ ਨੇ ਵੀ ਮੈਂ ਬੱਸਾਂ ਫੜ ਕੇ ਅੰਦਰ ਕਰ ਦਿਆਂ, ਪਤਾ ਨਹੀਂ ਮੈਂ ਹੀਰੋ ਬਣ ਜਾਊਗਾ। ਪਰ ਉਹਨੇ ਧਿਆਨ ਆਉਂਦਾ ਕਹਿੰਦੇ ਨੇ ਕਿ ਪਹਿਲਾਂ ਟੈਕਸ ਨਹੀਂ ਭਰਿਆ, ਕਹਿੰਦੇ ਤਾਂ ਕਰਕੇ ਜ਼ਬਤ ਕੀਤੀਆਂ। ਕਹਿੰਦੇ ਜਦੋਂ ਹੁਣ ਟੈਕਸ ਭਰਤਾ ਤਾਂ ਕਹਿੰਦੇ ਹੁਣ ਹਾਈ ਕੋਰਟ ਤੋਂ ਰਾਹਤ ਮਿਲ ਗਈ। ਟੈਕਸ ਭਰਿਆ ਕਿਹਦਾ ਸੀਗਾ? ਰਾਜਾ ਵੜਿੰਗ ਤਾਂ ਹਰ ਥਾਂ ਕਹਿੰਦਾ ਕਰਦਾ ਵੀ 14 ਕਰੋੜ ਰੁਪਈਆ ਲੈ ਲਿਆ, ਐਂ ਕਰ ਲਿਆ, 14 ਕਰੋੜ ਦੀ ਰਸੀਦ ਤਾਂ ਵਿਖਾ ਦਿੰਦਾ। ਸੀਐਮ ਚੰਨੀ ਨੇ ਬਿਆਨ ਦਿੱਤਾ ਵੀ ਇਹਨਾਂ ਦੀਆਂ ਬੱਸਾਂ ਨੇ ਲੋਕ ਕੁਚਲ ਮਾਰਤੇ, ਇਹਨਾਂ ਦੀਆਂ ਬੱਸਾਂ 'ਚ ਰੇਪ ਹੁੰਦੇ ਰਹੇ। ਕਿਸੇ ਦੇ ਅਕਸ਼ ਨੂੰ ਢਾਹ ਲਾਉਣੀ ਚੰਗੀ ਗੱਲ ਆ ਬਾਈ ਜੀ। ਸਾਡੇ ਅਕਸ਼ ਨੂੰ ਢਾਹ ਲੱਗਿਆ, ਦੱਸੋ ਕਿ ਇਹਨਾਂ 'ਚੋਂ ਕਿਹੜਾ ਚਿੱਟੀਆਂ ਦਾੜੀਆਂ ਵਾਲੇ ਧੀਆਂ ਪੁੱਤਾਂ ਵਾਲੇ ਇਹ ਬਲਾਤਕਾਰੀ ਲੱਗਦੇ? ਸਰਦਾਰ ਬੇਅੰਤ ਸਿੰਘ ਦਾ ਪੁੱਤਰ ਗੁਰਕੀਰਤ ਸਿੰਘ ਕੋਟਲੀ ਕੇਤੀਆ ਕਾਂਡ ਭੁੱਲ ਗਏ? ਸਾਰੀ ਦੁਨੀਆ ਨੂੰ ਹਿਲਾ ਕੇ ਰੱਖਤਾ ਸੀ ਪੰਜਾਬ ਦੇ ਨਾਂ ਤੇ, ਅਜੇ ਤਾਈਂ ਧੱਬਾ ਲੱਗਿਆ ਹੋਇਆ। ਉਹ ਚਰਚਾ 'ਚ ਕਿਉਂ ਰਹਿੰਦੀ ਹੈ ਔਰਬਿਟ ਨਿਊਦੀਪ ਇੰਨੀ ਚਰਚਾ 'ਚ ਕਿਉਂ ਰਹਿੰਦੀ ਹੈ? ਚਾਹੇ ਜਿੱਦਾਂ ਤੁਸੀਂ ਐਕਸੀਡੈਂਟ ਦੀ ਗੱਲ ਕੀਤੀ ਆ, ਹੋਰ ਵੀ ਬੱਸਾਂ ਬਹੁਤ ਸਾਰੀਆਂ ਚੱਲਦੀਆਂ। ਉਹ ਵਿਤਕਰਾ ਹੀ ਆ, ਵਿਤਕਰਾ ਹੀ ਹੈ ਜੀ। ਵਿਤਕਰਾ ਕਹਿੰਦਾ ਬਾਦਲ ਸਾਹਿਬ ਦੀ ਕਰਕੇ ਹਰਦੀਪ ਡੈਂਪੀ ਢਿੱਲੋਂ ਗਿੱਦੜਵਾ ਹਲਕੇ ਤੋਂ ਹਲਕਾ ਇੰਚਾਰਜ ਹੈ। ਜਿਹੜੀ ਕਾਂਗਰਸ ਹੁੰਦੀ ਵਿਤਕਰਾ ਹੋਣਾ ਨਹੀਂ ਸੀ। ਇੱਕ ਦਾਅਵੇ ਨਾਲ ਗੱਲ ਅਸੀਂ ਕਹਿੰਦੇ ਆ, ਸਾਰਾ ਕੰਮ ਇੱਕ ਨੰਬਰ ਦਾ ਬਾਈ ਜੀ, ਇੱਕ ਨੰਬਰ ਦਾ। ਇੱਕ ਵੀ ਟੈਕਸ ਜਾਂ ਇੱਕ ਵੀ ਰੁਪਈਆ ਸਰਕਾਰ ਦਾ ਪੈਂਡਿੰਗ ਨਹੀਂ ਰਹਿੰਦਾ। ਰਾਜਾ ਵੜਿੰਗ ਕਹਿੰਦੇ ਸਾਰਾ ਹੀ ਦੋ ਦਾ ਚੱਲਦਾ। ਕਹਿੰਦੇ ਅੱਛਾ, ਰਾਜਾ ਵੜਿੰਗ ਨੂੰ ਕਿਆ ਸਾਬਤ ਕਰਕੇ ਖਾ। ਜਿੰਨੀਆਂ ਬੱਸਾਂ ਜ਼ਬਤ ਹੋਈਆਂ, ਤੁਹਾਨੂੰ ਲੱਗਦਾ ਕਿ ਅਕਾਲੀ ਲੀਡਰਾਂ ਦੀਆਂ ਬੱਸਾਂ ਤੋਂ ਸਿਵਾ ਕੋਈ ਜ਼ਬਤ ਹੋਈ ਕਿ ਨਹੀਂ ਹੋਈ? ਸਾਨੂੰ ਤਾਂ ਦਿਸੇ ਨਹੀਂ ਔਰਬਿਟ ਤੇ ਨਿਊਦੀਪ ਤੋਂ ਇਲਾਵਾ। ਪਿੱਛੇ ਛੱਡ ਕੇ ਤੁਸੀਂ ਤਾਂ ਤਾਨਾਸ਼ਾਹ ਵਾਲਾ ਰਾਜ ਅਪਣਾ ਲਿਆ। ਕਿੰਨਾ ਹੁਣ ਟੀਚਰਾਂ ਤੇ ਤਹਿਤ ਹੋਇਆ, ਮਾਨਸਾ ਵਿਚਾਰਿਆਂ ਤੇ ਕਿੰਨੇ ਕੁੱਟੇ ਗਏ ਵਿਚਾਰੇ, ਮੂੰਹ ਫੜ ਕੇ ਬੋਲੀ ਗਏ। ਅੱਗੋਂ ਚੰਨੀ ਸਾਹਿਬ ਕਹਿ ਰਹੇ ਆ ਇੰਨਾ ਕੁ ਤਾਂ ਇਹ ਸ਼ਗਨ ਕਰਦੇ ਹੀ ਹੁੰਦੇ ਆ। ਦੱਸ ਯਾਰ, ਉਹ ਸ਼ਗਨ ਉਹ ਡਾਂਗਾ ਖਾਣਾ ਹੈ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਸੁਪਰੀਮ ਕੋਰਟ ਤੋਂ ਕੱਲ ਵੱਡਾ ਝਟਕਾ ਲੱਗਾ। ਪਹਿਲਾਂ ਹਾਈ ਕੋਰਟ ਤੋਂ ਝਟਕਾ ਲੱਗਾ ਤੇ ਕੱਲ ਸੁਪਰੀਮ ਕੋਰਟ ਤੋਂ ਝਟਕਾ ਲੱਗਾ। ਅਕਾਲੀ ਲੀਡਰਾਂ ਦੀਆਂ ਬੱਸਾਂ ਜ਼ਬਤ ਕਰਨ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਸਾਫ਼ ਨਾ ਕਰ ਦਿੱਤੀ ਹੈ ਤੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਸਿਆਸੀ ਮਾਮਲੇ ਜਿਹੜੇ ਨੇ ਉਹ ਕੋਰਟਾਂ ਦੇ ਵਿੱਚ ਨਾ ਘੜੀਸੇ ਜਾਣ। ਇਸੇ ਨੂੰ ਲੈ ਕੇ ਹੁਣ ਅਕਾਲੀ ਲੀਡਰਾਂ ਦੀਆਂ ਬੱਸਾਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਸੀਗੀਆਂ ਉਹਨਾਂ ਨੂੰ ਛੱਡਿਆ ਤੇ ਜਾ ਹੀ ਰਿਹਾ। ਉੱਥੇ ਵੱਡੀ ਰਾਹਤ ਵੀ ਅਕਾਲੀ ਲੀਡਰਾਂ ਨੂੰ ਮਿਲੀ ਹੈ, ਉੱਥੇ ਹੀ ਰਾਜਾ ਵੜਿੰਗ ਨੂੰ ਵੱਡਾ ਝਟਕਾ ਵੀ ਲੱਗਾ ਹੈ। ਤਾਂ ਨਿੱਜੀ ਬੱਸ ਆਪਰੇਟਰ ਔਰਬਿਟ ਬੱਸ ਦਾ ਸਟਾਫ ਸਾਡੇ ਨਾਲ ਮੌਜੂਦ ਹੈਗਾ। ਸਭ ਤੋਂ ਵੱਧ ਔਰਬਿਟ ਤੇ ਨਿਊਦੀਪ ਦੀਆਂ ਬੱਸਾਂ ਜਿਹੜੀਆਂ ਸੀਗੀਆਂ ਰਾਜਾ ਵੜਿੰਗ ਹੋਣਾ ਦੇ ਵੱਲੋਂ ਜ਼ਬਤ ਕੀਤੀਆਂ ਗਈਆਂ ਸੀਗੀਆਂ। ਹੁਣ ਵੱਡੀ ਰਾਹਤ ਮਿਲੀ ਆ। ਤਾਂ ਗੱਲਬਾਤ ਕਰਨ ਦੇ ਲਈ ਬਾਈ ਹੁਣੀ ਸਾਡੇ ਨਾਲ ਮੌਜੂਦ ਹੈਗੇ। ਰਣਬੀਰ ਸਿੰਘ ਬਰਾੜ ਸਾਹਿਬ, ਮੇਰਾ ਪਹਿਲਾ ਸਵਾਲ, ਪਹਿਲਾਂ ਹਾਈ ਕੋਰਟ ਫਿਰ ਸੁਪਰੀਮ ਕੋਰਟ, ਰਾਹਤ ਮਿਲ ਗਈ ਹੈ, ਵੱਡੀ ਰਾਹਤ ਮਿਲੀ ਹੈ, ਕੀ ਸਾਰੀਆਂ ਬੱਸਾਂ ਹੁਣ ਛੁੱਟ ਦਿੱਤੀਆਂ ਗਈਆਂ ਕਿ ਜਾਂ ਅਜੇ ਵੀ ਕੋਈ ਜ਼ਬਤ ਨੇ? ਪਹਿਲਾਂ ਤਾਂ ਤੁਹਾਡੇ ਮੀਡੀਅਮ ਰਾਹੀਂ ਸਾਰਿਆਂ ਨੂੰ, ਮੇਰੇ ਭਰਾਵਾਂ ਨੂੰ, ਜਿੰਨਾ ਪ੍ਰਾਈਵੇਟ ਆਪਰੇਟਰ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਰੀਆਂ ਬੱਸਾਂ ਛੱਡਤੀਆਂ। ਟੈਕਸ ਭਰਨ ਦੇ ਬਾਵਜੂਦ ਵੀ ਇੱਕ ਵਿਤਕਰੇ ਦੀ ਰਾਜਨੀਤੀ ਕੀਤੀ ਗਈ ਸੀ ਬਾਈ ਜੀ, ਠੀਕ ਹੈ, ਜਿਹਨੂੰ ਕਹਿੰਦੇ ਵਿਤਕਰੇ ਦੀ ਰਾਜਨੀਤੀ। ਕਿਉਂਕਿ ਬੱਸਾਂ ਤਾਂ ਹੋਰ ਵੀ ਟਰਾਂਸਪੋਰਟਰਾਂ ਦੀਆਂ ਚੱਲਦੀਆਂ, ਉਹਨਾਂ ਦੇ ਕਿਹੜਾ ਟੈਕਸ ਪੂਰੇ ਸੀਗੇ। ਜੇ ਵਿਤਕਰੇ ਦੀ ਰਾਜਨੀਤੀ ਕਰਨੀ ਸੀਗੀ, ਰਾਜੇ ਵੜਿੰਗ ਨੇ, ਮਾਨਯੋਗ ਮੰਤਰੀ ਸਾਹਿਬ ਹੈ, ਟਰਾਂਸਪੋਰਟਰ ਬਣੇ ਆ, ਸਾਡੇ ਹਲਕੇ ਦੇ ਐਮਐਲਏ ਉੱਠਦੇ ਆ, 2 ਵਾਰ ਗਿੱਦੜਵਾ ਤੋਂ ਜਿੱਤੇ ਆ, ਠੀਕ ਹੈ। ਜੇ ਵਿਤਕਰੇ ਦੀ ਰਾਜਨੀਤੀ ਕਰਨੀ ਸੀਗੀ ਤਾਂ ਦੂਜੇ ਵੀ ਦੱਸਦੇ ਸੀਗੇ ਨਾ। ਵਿਤਕਰੇ ਸੀਗੇ ਤਾਂ ਇਹਨਾਂ ਦੇ ਅਕਾਲੀ ਲੀਡਰਾਂ ਨਾਲ ਸੀਗੇ, ਉਹ ਆਪਦੀ ਰੰਜਿਸ਼ਬਾਜੀ ਹੋਰ ਤਰੀਕੇ ਨਾਲ ਕੱਢ ਲੈਂਦੇ, ਠੀਕ ਹੈ। ਪਰ ਜਿਹੜਾ ਆਹ ਢਾਹ ਲਾਉਣੀ ਸੀਗੀ, ਜਿੰਨੇ ਪ੍ਰਾਈਵੇਟ ਆਪਰੇਟਰ, ਜਿੰਨੇ ਪ੍ਰਾਈਵੇਟ ਵਰਕਰ ਜੁੜੇ ਆ, ਟਰਾਂਸਪੋਰਟਰ ਜੁੜੇ ਆ, ਠੀਕ ਹੈ, ਉਹਨਾਂ ਦੇ ਚੁੱਲ੍ਹੇ ਚੱਲਦੇ ਆ। ਇੱਕ ਬੱਸ ਦੇ ਨਾਲ 5 ਘਰਾਂ ਦੇ ਬਾਈ ਜੀ ਚੁੱਲ੍ਹੇ ਚੱਲਦੇ ਆ, ਠੀਕ ਹੈ। ਉਹ ਤਾਂ ਇੱਕ ਸਿੱਧਾ ਹੁਣ ਮਾਨਯੋਗ ਹਾਈ ਕੋਰਟ ਨੇ, ਮਾਨਯੋਗ ਸੁਪਰੀਮ ਕੋਰਟ ਨੇ ਰਾਜਾ ਵੜਿੰਗ ਨੂੰ ਝਟਕਾ ਦੇਤਾ। ਇਦੋਂ ਵੱਡਾ ਝਟਕਾ ਕੀ ਹੋਊਗਾ? ਉਹ ਪੂਰੇ ਪ੍ਰਾਈਵੇਟ ਅਦਾਰੇ ਦੀ, ਪੂਰੇ ਪ੍ਰਾਈਵੇਟ ਜਿਨ੍ਹਾਂ ਦੇ ਰੁਜ਼ਗਾਰ ਜੁੜੇ ਆ ਉਹਨਾਂ ਦੀ ਜਿੱਤ ਹੋਈ ਹੈ, ਠੀਕ ਹੈ ਨਾ ਬਾਈ ਜੀ। ਉਹਨਾਂ ਚੁੱਲ੍ਹਿਆਂ ਨੂੰ, ਜਿਹੜੇ ਚੁੱਲ੍ਹੇ ਜਿਹਦਾ ਰੁਜ਼ਗਾਰ ਹੀ ਇੱਥੋਂ ਚੱਲਦਾ ਪ੍ਰਾਈਵੇਟ ਅਦਾਰੇ ਵਾਲੇ ਦਾ, ਉਹ ਰਾਜੇ ਵੜਿੰਗ ਨੇ ਸਿਰਫ ਇੱਕ ਸਿਆਸੀ ਰੰਜਿਸ਼ਾਂ ਕਰਕੇ ਗੱਡੀਆਂ ਬੰਦ ਕਰੀ ਗਈਆਂ। ਹੋਰ ਵੀ ਕਾਂਗਰਸ ਦੇ ਲੀਡਰਾਂ ਦੀਆਂ ਬੱਸਾਂ ਚੱਲਦੀਆਂ ਸੀ, ਇਹ ਨਹੀਂ ਆਂਦੇ ਵੀ ਉਹਨਾਂ ਨੂੰ ਬੰਦ ਕਰੋ ਜਾਂ ਇਹ ਕਰੋ, ਹੈ ਨਾ। ਕਰੋਨਾ ਨੇ ਇਹੋ ਜਿਹੀ ਮਾਰੀ, ਟੈਕਸ ਨਹੀਂ ਭਰੇ ਗਏ, ਸਮਾਂ ਵੀ ਲਿਆ ਗਿਆ ਸੀਗਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਤੋਂ, ਠੀਕ ਹੈ। ਉਹ ਟੈਕਸ ਭਰਨ ਦੇ ਬਾਵਜੂਦ 2 ਸ਼ਿਫਟਾਂ 'ਚ ਹੋਇਆ ਸੀਗਾ ਜੀ।
ਹੋਰ ਟਰਾਂਸਪੋਰਟਾਂ ਦੀਆਂ ਬੱਸਾਂ ਚੱਲਦੀਆਂ, ਚੱਲ ਉਹਨਾਂ ਨਾਲ ਰੁਜ਼ਗਾਰ ਤਾਂ ਜੁੜਿਆ ਨਾ ਪ੍ਰਾਈਵੇਟ ਵਾਲਿਆਂ ਦਾ। ਇਹ ਰੁਜ਼ਗਾਰ ਦੇਣ ਦੀ ਬਜਾਏ ਤਾਂ ਰੁਜ਼ਗਾਰ ਖੋਈ ਜਾਂਦੇ ਸੀਗੇ ਸਾਥੋਂ। ਇਹਨਾਂ ਨੇ ਇਹ ਨਹੀਂ ਸੋਚਿਆ ਵੀ ਜਿਹੜੇ ਪ੍ਰਾਈਵੇਟ ਅਦਾਰੇ ਵਾਲੇ ਵਰਕਰ ਆ ਜਿੰਨੇ, ਹੁਣ ਇਹ ਕਿੱਥੇ ਜਾਣਗੇ, ਕੀ ਕਰਨਗੇ। ਇੱਕ ਵਾਰੀ ਨਹੀਂ ਸੋਚਿਆ, ਹਜ਼ਾਰਾਂ ਵਰਕਰ ਕੰਮ ਕਰਦਾ ਬਾਈ ਜੀ ਪ੍ਰਾਈਵੇਟ, ਤੇ ਉਹ ਚੁੱਲ੍ਹੇ ਉੱਥੇ ਹੀ ਚੱਲਦੇ, ਹੋਰ ਕਿੱਥੋਂ ਚੱਲਦੇ ਆ। ਠੀਕ ਹੈ, ਹਰੇਕ ਜਿਹੜੇ ਬੰਦੇ ਦੀ ਆਈ ਚਲਾਈ ਇੱਥੇ ਹੈ, ਨਾ ਤਾਂ ਇੰਨੀਆਂ ਜ਼ਮੀਨਾਂ ਜਾਇਦਾਦਾਂ ਸਾਡੇ ਕੋਲੇ, ਜਦੋਂ ਖਾਣਾ ਵੀ ਇੱਥੋਂ, ਕਮਾਉਣਾ ਵੀ ਇੱਥੋਂ, ਅਸੀਂ ਤਾਂ ਇਹੀ ਚੁੱਲ੍ਹਾ ਇੱਥੋਂ ਹੀ ਆ, ਸਾਡਾ ਤਾਂ ਰੁਜ਼ਗਾਰ ਚੱਲਦਾ। ਇਹ ਤਾਂ ਸਿਰਫ ਇੱਕ ਵਿਤਕਰੇ ਦੀ ਰਾਜਨੀਤੀ ਕੀਤੀ ਗਈ ਸੀ ਉਹਦੀ, ਤੇ ਉਹਦਾ ਸਾਰੀ ਹੁਣ ਪੰਜਾਬ ਨੂੰ ਵੀ ਪਤਾ ਲੱਗ ਗਿਆ। ਅਸੀਂ ਟਾਈਮ ਟੇਬਲ 'ਤੇ ਜਦੋਂ ਜਾਂਦੇ ਸੀ ਨਾ, ਜਿਹੜੇ ਟਰਾਂਸਪੋਰਟਰ ਕਾਂਗਰਸੀ ਉੱਥੇ ਆਉਂਦੇ ਸੀਗੇ ਉਹ ਵੀ ਇਸ ਗੱਲ ਦਾ ਗਿਲਾ ਕਰਦੇ ਸੀਗੇ, ਯਾਰ ਇਸ ਗੱਲੋਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਹੁਤ ਵਧੀਆ ਸੀ ਟਰਾਂਸਪੋਰਟ ਦੇ ਹੱਕ ਨੂੰ, ਕਿਉਂਕਿ ਰੁਜ਼ਗਾਰ ਜੁੜੇ ਸੀਗੇ। ਇਹਨੇ ਸਿਰਫ ਇੱਕ ਵਿਤਕਰੇ ਦੀ ਰਾਜਨੀਤੀ ਕੀਤੀ। ਕਿੰਨੇ ਬੱਸ ਸਟੈਂਡਾਂ 'ਤੇ ਗਿਆ, ਜਲੰਧਰ ਬੱਸ ਸਟੈਂਡ ਕਿਉਂ ਨਹੀਂ ਆਇਆ ਬਾਈ ਜੀ? ਆਉਂਦਾ ਪਤਾ ਲੱਗਦਾ। ਇੱਥੇ ਦੱਸਦੇ ਅਸੀਂ ਕਿਹੜੀਆਂ ਬੱਸਾਂ ਕੀ ਮਾਫੀਆ ਸ਼ਬਦ ਕਹਿ ਤਾਂ ਦਿੱਤਾ, ਮੈਨੂੰ ਲੱਗਦੀ ਮੰਤਰੀ ਸਾਹਿਬ ਨੂੰ ਇਹ ਨਹੀਂ ਪਤਾ ਵੀ ਮਾਫੀਆ ਸ਼ਬਦ ਹੁੰਦਾ ਕੀ ਆ। ਕੀ ਕਾਰਨ ਕੀ ਨੇ? ਵਾਕਈ ਜਲੰਧਰ ਪਹੁੰਚੇ ਜ਼ਰੂਰ, ਇੱਥੇ ਬੱਸ ਸਟੈਂਡ ਤੇ ਨਹੀਂ ਆਏ, ਕੀ ਕਾਰਨ ਸੀਗੇ, ਕਿਉਂ ਨਹੀਂ ਆਏ? ਜਲੰਧਰ ਪਤਾ ਹੀ ਹੈ ਜੀ ਕਿਉਂ ਨਹੀਂ ਆਏ। ਕਾਂਗਰਸ ਦੀਆਂ ਬੱਸਾਂ ਚੱਲਦੀਆਂ, ਅਸੀਂ ਇਹ ਨਹੀਂ ਆਂਦੇ ਵੀ ਉਹਨਾਂ ਨੂੰ ਬੰਦ ਕਰੋ, ਉਹਨਾਂ ਨਾਲ ਰੁਜ਼ਗਾਰ ਜੁੜਿਆ। ਆਉਂਦੇ ਤਾਂ ਸਹੀ, ਹੁਣ ਇਹਨਾਂ ਨੂੰ ਵਿਚਾਰਿਆਂ ਨੂੰ 2.5 ਮਹੀਨੇ ਹੋ ਗਏ ਬੈਠਿਆਂ ਨੂੰ। ਕੋਈ ਆਇਆ? ਕੋਈ ਮੰਤਰੀ ਕਾਂਗਰਸ ਦਾ ਜਾਂ MLA, ਕਿੰਨੇ MLA ਪੈਂਦੇ ਜਲੰਧਰ ਹਲਕੇ 'ਚ, ਆਏ? ਇਹਨਾਂ ਦੀ ਸਾਰ ਲਈ ਨਹੀਂ ਵਿਚਾਰੇ, ਕਿਸੇ ਦੇ ਧੀਆਂ ਪੁੱਤ ਨਹੀਂ। ਅੱਛਾ, ਵਿਤਕਰੇ ਦੀ ਰਾਜਨੀਤੀ ਨੂੰ ਲੈ ਕੇ ਮੈਂ ਵੀ ਰਾਜਾ ਵੜਿੰਗ ਹੋਣਾ ਨੂੰ ਕਈ ਵਾਰ ਸਵਾਲ ਕੀਤਾ ਹੈ। ਉਹ ਕਹਿੰਦੇ ਨੇ ਕਿ ਚਾਹੇ ਕਾਂਗਰਸੀ ਲੀਡਰ ਹੋਣ, ਕਹਿੰਦੇ ਚਾਹੇ ਕਰਤਾਰ ਹੋਏ, ਚਾਹੇ ਪਿਆਰ ਹੋਏ, ਕਹਿੰਦੇ ਸਾਰੀਆਂ ਜ਼ਬਤ ਕੀਤੀਆਂ ਜਿਨ੍ਹਾਂ ਦਾ ਟੈਕਸ ਨਹੀਂ ਸੀ। ਨਹੀਂ ਬਾਈ ਜੀ, ਦਿਖਾਵੇ ਤਾਂ ਸੀ, ਗਲਤ ਹੈ। ਸਾਨੂੰ ਤਾਂ ਦਿਖਾਵੇ ਕਿੱਥੇ ਹੈ, ਸਰਾਸਰ ਗਲਤ ਹੈ। ਉਹ ਤਾਂ ਸਰਾਸਰ ਗਲਤ ਹੈ ਬਾਈ ਜੀ। ਇੱਕ ਤੁਸੀਂ ਇਹ ਦੇਖੋ, ਨਿਊ ਦੀ ਬੱਸ ਦੇ ਮਗਰ ਪੈ ਗਿਆ, ਜੁਝਾਰ ਬੱਸ ਦੇ ਮਗਰ ਪੈ ਗਿਆ, ਔਰਬਿਟ ਦੇ ਬੱਸ ਦੇ ਮਗਰ ਪੈ ਗਿਆ। ਇਹ ਤਾਂ ਸਵੇਰੇ ਜਦੋਂ ਉੱਠਦੇ ਸੀ, ਸਵੇਰੇ ਅਸੀਂ TV ਲਾ ਲੈਂਦੇ ਸੀ, ਅਸੀਂ ਤਾਂ ਇਹ ਸੋਚਦੇ ਸੀ ਗੁਰਬਾਣੀ ਸੁਣਾਂਗੇ। ਇਹ ਤਾਂ ਜਦੋਂ ਕਰੀ ਜਾਂਦੇ ਆ ਬਾਦਲ 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 ਬਾਦਲ, ਬਸ ਇਹਨਾਂ ਨੂੰ ਹੋਰ ਕੁਝ ਦਿੰਦਾ ਹੀ ਨਹੀਂ ਸੀ ਮੁੱਦਾ। ਇਹੀ ਚੀਜ਼ ਦਿੰਦੀ ਸੀ ਇਹਨਾਂ ਨੂੰ ਵੀ ਬੱਸਾਂ ਫੜਨੀਆਂ। ਇੱਕ ਆਪਦੀ ਜਦੋਂ ਕਿਸੇ ਬੰਦੇ ਨੂੰ ਕੋਈ ਅਹੁਦਾ ਮਿਲਦਾ ਨਾ, ਚਾਹੇ ਹੁਣ ਮੇਰੇ ਤੇ ਲੈ ਲਓ ਤੁਸੀਂ, ਠੀਕ ਹੈ, ਜੇ ਮੈਨੂੰ ਕੋਈ ਅਹੁਦਾ ਮਿਲ ਗਿਆ, ਮੈਂ ਕਿਹਾ ਤਾਂ ਆਪਦੀ ਹਿਊਮਿਓ ਦਿਖਾਊਂਗਾ। ਇਹ ਸਿਰਫ ਇਹਨਾਂ ਨੇ ਆਪਣੀ ਇੱਕ ਹਿਊਮਿਓ ਦਿਖਾਈ ਹੈ ਰਾਜੇ ਵੜਿੰਗ ਨੇ, ਵੀ ਮੈਂ ਬੱਸਾਂ ਫੜ ਕੇ ਅੰਦਰ ਕਰ ਦਿਆਂ, ਪਤਾ ਨਹੀਂ ਮੈਂ ਹੀਰੋ ਬਣ ਜਾਊਂਗਾ। ਪਰ ਉਹਨੇ ਇਹ ਨਹੀਂ ਸੋਚਿਆ ਵੀ ਇਸ ਟਰਾਂਸਪੋਰਟ ਦੇ ਨਾਲ ਕਿੰਨੇ ਵਰਕਰ, ਕਿੰਨੇ ਰੁਜ਼ਗਾਰ ਜੁੜੇ ਹੈ, ਕਿੰਨੇ ਘਰਾਂ ਦੇ ਚੁੱਲ੍ਹੇ ਚੱਲਦੇ ਆ। ਠੀਕ ਹੈ, ਚਾਹੇ ਪ੍ਰਾਈਵੇਟ ਅਦਾਰਾ ਹੀ ਹੈ ਸਾਡਾ, ਪਰ ਸਾਡਾ ਆਈ ਚਲਾਈ ਤਾਂ ਚੱਲ ਰਹੀ ਹੈ ਨਾ ਬਾਈ ਜੀ। ਇਹ ਥੋੜੀ ਵੀ ਲੁਧਿਆਣੇ ਜਾ ਵੜਿਆ, ਉੱਥੋਂ ਅੱਡੇ ਤੋਂ ਕਾਗਜ਼ ਪੱਤਰ ਚੱਕ ਲਏ ਤੇ ਅੱਡਾ ਸਾਫ਼ ਕਰਤਾ। ਆਉਂਦੇ ਸਰਦਾਰ ਅਵਤਾਰ ਹੈਨਰੀ ਦੇ ਘਰੋਂ ਚਾਹ ਪੀ ਕੇ ਮੁੜ ਗਏ। ਆਉਂਦੇ ਬੱਸ ਸਟੈਂਡ ਜਲੰਧਰ ਕਿਉਂ ਨਹੀਂ ਆਏ? ਆ ਦੀਂਦੇ ਨਹੀਂ ਸੀਗੇ, ਪਤਾ ਸੀਗਾ ਜਿਹੜੇ ਟੈਂਕੀ ਤੇ ਚੜੇ ਬੈਠੇ 2.5 ਮਹੀਨੇ ਹੋ ਗਏ ਵਿਚਾਰੇ। ਆ ਮੈਂ ਕੈਮਰਾਮੈਨ ਨੂੰ ਤੁਹਾਡੇ ਨੂੰ ਕਹੂੰਗਾ, ਇੱਧਰ ਕੈਮਰਾ ਮਾੜਾ ਜਿਹਾ ਬਾਈ ਜੀ ਕਰੀ, ਇੱਥੇ ਆਇਆ ਨਹੀਂ, ਪਤਾ ਸੀ ਇਹ ਘੇਰਨਗੇ, ਸਵਾਲ ਕਰਨਗੇ। ਰੋਡਵੇਜ਼ ਵਾਲੇ ਡਰਾਈਵਰ ਕਨੈਕਟਰ ਵਿਚਾਰੇ ਕਿਉਂ ਸੜਕਾਂ ਤੇ ਬੈਠੇ ਆ, ਕਿਉਂ ਧਰਨੇ ਦੇਈ ਜਾਂਦੇ ਆ? ਉਹਨਾਂ ਦੇ ਦਿਲ ਕਰਦਾ ਕਿਸੇ ਦਾ? ਕਿਹਦਾ ਦਿਲ ਕਰਦਾ ਹੁੰਦਾ ਮੈਨੂੰ ਦੱਸੋ? ਸੁਣ ਲਓ, ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਨੇ ਵਿਚਾਰਿਆਂ ਦੀਆਂ। ਉਹ ਵੀ ਅਕਸਰ ਸਾਡੀ ਭਾਈਚਾਰਕ ਸਾਂਝ ਹੀ ਆ, ਭਰੱਪਾ ਸਾਡਾ, ਉਹ ਵੀ ਸਾਡੇ ਵਰਗੀ ਹੀ ਹੈ, ਸੁਣ ਲੈਣ ਉਹਨਾਂ ਦੀਆਂ। ਸਿਰਫ ਇਹ ਨਹੀਂ ਕਿ ਇੱਕ ਵਿਤਕਰੇ ਦੀ ਰਾਜਨੀਤੀ ਕਰਕੇ ਹੁਣ ਹਰਦੀਪ ਡੈਂਪੀ ਢਿੱਲੋਂ ਦੀਆਂ ਬੱਸਾਂ ਇਹਨੇ ਬੰਦ ਕਰਤੀਆਂ, 10 ਦਿਨ ਰੱਖੀਆਂ। ਇਹਨੇ ਇਹ ਨਹੀਂ ਸੋਚਿਆ ਵੀ ਉਹਦੇ ਨਾਲ ਕਿੰਨੇ ਘਰਾਂ ਦਾ ਰੁਜ਼ਗਾਰ ਜੁੜਿਆ। ਇੱਕ ਵਾਰੀ ਨਹੀਂ ਸੋਚਿਆ ਇਹਨੇ, ਰਾਜੇ ਵੜਿੰਗ ਨੇ, ਕਿੰਨੇ ਘਰਾਂ ਦਾ ਰੁਜ਼ਗਾਰ। ਇੱਕ ਪਾਸੇ ਤਾਂ ਕਹਿੰਦੇ ਵੀ ਅਸੀਂ ਆਮ ਘਰ 'ਚੋਂ ਉੱਠ ਕੇ ਆ ਕੇ ਮੰਤਰੀ ਬਣਿਆ, ਛੋਟੀ ਉਮਰ 'ਚ 42 ਸਾਲ ਦੀ ਉਮਰ 'ਚ ਮੰਤਰੀ ਬਣ ਗਿਆ। ਬਾਈ ਜੀ ਮੰਤਰੀ ਬਣ ਗਏ, ਤੁਹਾਨੂੰ ਮੁਬਾਰਕਾਂ ਬਹੁਤ ਬਹੁਤ, ਠੀਕ ਹੈ। ਪ੍ਰਮਾਤਮਾ ਨੇ ਤੁਹਾਡਾ ਸਾਥ ਦਿੱਤਾ, ਲੋਕਾਂ ਨੇ ਸਾਥ ਦਿੱਤਾ, ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਸੀ। ਪਰ ਇਹ ਤਾਂ ਨਹੀਂ ਕਿ ਤੁਸੀਂ ਵਿਤਕਰੇ ਕਰੋ ਯਾਰ ਲੋਕਾਂ ਨਾਲ। ਠੀਕ ਹੈ, ਜੇ ਤੁਹਾਡੀ ਰੰਜਿਸ਼ ਘਰਾਣਿਆਂ ਵਾਲਾ ਕੋਈ ਖੁੰਦਕ ਹੈਗੀ ਉੱਦਾਂ ਕੱਢ ਲਓ, ਤੇ ਸਾਡਾ ਇਹ 'ਚ ਕੀ ਕਸੂਰ ਸੀ ਜਿਹੜੇ ਪ੍ਰਾਈਵੇਟ ਇਸ ਦਾਇਰੇ ਨਾਲ ਜੁੜੇ। ਅੱਛਾ, ਹੁਣ ਰਾਹਤ ਮਿਲ ਗਈ, ਪਹਿਲਾਂ ਹਾਈ ਕੋਰਟ ਨੇ ਰਾਹਤ ਦਿੱਤੀ ਤੁਹਾਨੂੰ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਰਾਹਤ ਦਿੱਤੀ, ਤੇ ਉਸ ਤੋਂ ਬਾਅਦ ਰਾਜਾ ਵੜਿੰਗ ਹੋਣਾ ਦਾ ਬਿਆਨ ਆਉਂਦਾ, ਕਹਿੰਦੇ ਨੇ ਕਿ ਪਹਿਲਾਂ ਟੈਕਸ ਨਹੀਂ ਭਰਿਆ, ਕਹਿੰਦੇ ਤਾਂ ਕਰਕੇ ਜ਼ਬਤ ਕੀਤੀਆਂ, ਕਹਿੰਦੇ ਜਦੋਂ ਹੁਣ ਟੈਕਸ ਭਰਤਾ ਤਾਂ ਕਹਿੰਦੇ ਹੁਣ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ। ਕੱਲ੍ਹ ਸਾਹਿਬ ਮੈਨੂੰ ਇੱਕ ਗੱਲ ਦੱਸੋ, ਟੈਕਸ ਭਰਿਆ ਕਿਹਦਾ ਸੀਗਾ? ਟੈਕਸ ਭਰਿਆ ਕਿਹਦਾ ਸੀਗਾ? ਰਾਜਾ ਵੜਿੰਗ ਤਾਂ ਹਰ ਥਾਂ ਕਹਿੰਦਾ ਫਿਰਦਾ ਵੀ 14 ਕਰੋੜ ਰੁਪਈਆ ਲੈ ਲਿਆ, ਐਂ ਕਰ ਲਿਆ। 14 ਕਰੋੜ ਦੀ ਰਸੀਦ ਤਾਂ ਵਿਖਾ ਦਿੰਦਾ। ਉਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵੀ ਕਿਹਾ ਵੀ ਰਸੀਦ ਤਾਂ ਵਿਖਾ ਦਿਓ। ਕੀ ਵਿਖਾਈ ਹੈ ਰਸੀਦ ਉਹਨੇ? ਟੈਕਸ ਤਾਂ PRTC ਦਾ ਵੀ ਖੜਾ, ਟੈਕਸ ਤਾਂ ਪੰਜਾਬ ਰੋਡਵੇਜ਼ ਦਾ ਵੀ ਖੜਾ ਹੈ, ਤਾਂ ਟਰਾਂਸਪੋਰਟ ਹੀ ਨਾ। ਜੇ ਪ੍ਰਾਈਵੇਟ ਵਾਲੇ ਅਸੀਂ ਹੁਣ, ਜੇ ਪ੍ਰਾਈਵੇਟ ਦਾ ਟੈਕਸ ਖੜਾ ਸੀ, ਅੱਡਾ ਪਰਚੀਆਂ ਸਾਰੇ ਬਰਾਬਰ ਆ ਨਾ, ਧਿਰ ਤਾਂ ਬਰਾਬਰ ਹੀ ਆਉਂਦੀ ਹੈ ਨਾ, ਟੈਕਸ ਭਰਦੇ ਆ ਨਾ। ਉਹ ਤਾਂ ਕਰੋਨਾ ਕਰਕੇ ਜਿਹੜਾ ਪਿੱਛੇ ਹਾਲਾਤ ਇੱਦਾਂ ਦੇ ਬਣ ਗਏ ਸੀਗੇ, ਮੰਤਰੀ ਸਾਹਿਬ ਤੋਂ ਉਦੋਂ ਇਹਨਾਂ ਦੇ ਮੰਤਰੀ ਸੀ, ਇਹਨਾਂ ਦੀ ਕੈਬਨਿਟ ਸੀ, ਟਾਈਮ ਵੀ ਲਿਆ ਸੀਗਾ। ਠੀਕ ਹੈ, ਇਹ ਤਾਂ ਅਸਲ ਗੱਲ ਉਹੀ ਆ ਗਈ ਬਾਈ ਜੀ, ਬਾਰ-ਬਾਰ ਗੱਲ ਕਰਨ ਦਾ ਫਾਇਦਾ ਨਹੀਂ। ਵਿਤਕਰੇ ਦੀ ਰਾਜਨੀਤੀ ਸੀ। ਹੁਣ CM ਚੰਨੀ ਨੇ ਬਿਆਨ ਦਿੱਤਾ, CM ਚੰਨੀ ਨੇ ਬਿਆਨ ਦਿੱਤਾ ਵੀ ਇਹਨਾਂ ਦੀਆਂ ਬੱਸਾਂ ਨੇ ਲੋਕ ਕੁਚਲ ਮਾਰਤੇ, ਇਹਨਾਂ ਦੀਆਂ ਬੱਸਾਂ 'ਚ ਰੇਪ ਹੁੰਦੇ ਰਹੇ। ਕਿਸੇ ਦੇ ਅਕਸ਼ ਨੂੰ ਢਾਹ ਲਾਉਣੀ ਚੰਗੀ ਗੱਲ ਹੈ ਬਾਈ ਜੀ? ਸਾਡੇ ਅਕਸ਼ ਨੂੰ ਢਾਹ ਲੱਗਿਆ, ਦੱਸੋ ਕਿ ਇਹਨਾਂ 'ਚੋਂ ਕਿਹੜਾ ਚਿੱਟੀਆਂ ਦਾੜੀਆਂ ਵਾਲੇ, ਧੀਆਂ ਪੁੱਤਾਂ ਵਾਲੇ ਇਹ ਬਲਾਤਕਾਰੀ ਲੱਗਦੇ ਆ? 24 ਅਗਸਤ 1994 ਭੁੱਲ ਗਏ? ਇਹਨਾਂ ਦੀ ਕੈਬਨਿਟ ਦੇ ਵਿੱਚ ਇਹਨਾਂ ਦਾ ਮੰਤਰੀ ਹੈ ਸਰਦਾਰ ਬੇਅੰਤ ਸਿੰਘ ਦਾ ਪੁੱਤਰ ਗੁਰਕੀਰਤ ਸਿੰਘ ਕੋਟਲੀ, ਕੇਤੀਆ ਕਾਂਡ ਭੁੱਲ ਗਏ? ਸਾਰੀ ਦੁਨੀਆ ਨੂੰ ਹਿਲਾ ਕੇ ਰੱਖਤਾ ਸੀ ਪੰਜਾਬ ਦੇ ਨਾਂ ਤੇ, ਹਜੇ ਤਾਈਂ ਧੱਬਾ ਲੱਗਿਆ ਹੋਇਆ। ਉਹ ਭੁੱਲ ਨਹੀਂ ਸਕਦੇ ਲੋਕ ਕਦੇ ਵੀ, ਉਹ ਚੀਜ਼ਾਂ ਭੁੱਲ ਗਏ। ਕਿਹਦਾ ਦਿਲ ਕਰਦਾ ਹੁੰਦਾ ਬਈ ਰੋਡ ਤੇ ਚੱਲਦੇ ਵੀ ਐਕਸੀ ਬੰਦੇ ਮਾਰ ਦਈਏ? ਸਿੱਧੂ ਸਾਹਿਬ ਦੀ ਜੋ ਤਾਜਪੋਸ਼ੀ ਸੀ ਕਿ ਕੁਲਬੀਰ ਜੀਰਾ ਬੱਸਾਂ ਲੈ ਕੇ ਗਿਆ ਨਾ, ਐਕਸੀਡੈਂਟ ਹੋਇਆ, ਕਿੰਨੇ ਜਾਣੇ ਮਰੇ, ਉਹ ਭੁੱਲ ਗਏ?
ਉਹ ਜਾਣ ਕੇ ਮਾਰਿਆ ਸੀ। ਰੋਡਵੇਜ ਦਾ ਪੀਆਰਟੀਸੀ ਦਾ ਪਿਛਲੇ 15 ਦਿਨ ਹੀ ਹੋਇਆ ਐਕਸੀਡੈਂਟ ਹੈ ਅੰਮ੍ਰਿਤਸਰ ਰੋਡ ਤੇ ਕਰਤਾਰਪੁਰ। ਉਹ ਜੀ ਕਰਦਾ ਸੀ ਡਰਾਈਵਰ ਦਾ। ਯਾਰ ਇਹ ਇਦਾਂ ਦੀਆਂ ਗੱਲਾਂ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ। ਕਿਸੇ ਦੇ ਅਕਸ ਨੂੰ ਤੁਸੀਂ ਢਾਹ ਲਾਉਣੇ ਆ, ਹਨਾ। ਅਸੀਂ ਵੀ ਕਿਸੇ ਦੇ ਧੀਆਂ ਪੁੱਤ ਆ ਯਾਰ। ਕਿਸੇ ਟਾਈਮ ਕਿਸੇ ਸਵਾਰੀ ਕੋਲੇ ਕਿਰਾਇਆ ਨਹੀਂ ਹੁੰਦਾ, ਅਸੀਂ ਫਿਰ ਵੀ ਫ੍ਰੀ ਲੈ ਜਾਂਦੇ ਹਾਂ, ਫਿਰ ਵੀ ਅਸੀਂ ਮਾੜੇ ਦੇ ਮਾੜੇ ਵੱਜਦੇ ਹਾਂ। ਅੱਛਾ, ਇਹ ਚਰਚਾ 'ਚ ਕਿਉਂ ਰਹਿੰਦੀ ਹੈ? ਔਰਬਿਟ ਨਿਊਦੀਪ ਇੰਨੀ ਚਰਚਾ 'ਚ ਕਿਉਂ ਰਹਿੰਦੀ ਹੈ? ਚਾਹੇ ਜਿੱਦਾਂ ਤੁਸੀਂ ਐਕਸੀਡੈਂਟ ਦੀ ਗੱਲ ਕੀਤੀ ਆ, ਹੋਰ ਵੀ ਬੱਸਾਂ ਬਹੁਤ ਸਾਰੀਆਂ ਚੱਲਦੀਆਂ ਨੇ। ਉਹ ਵਿਤਕਰਾ ਹੀ ਆ, ਵਿਤਕਰਾ ਹੀ ਹੈ ਜੀ। ਵਿਤਕਰਾ ਕਹਿੰਦਾ ਬਾਦਲ ਸਾਹਿਬ ਦੀ ਕਰਕੇ ਹਰਦੀਪ ਡੈਂਪੀ ਢਿੱਲੋਂ ਗਿੱਦੜਵਾ ਹਲਕੇ ਤੋਂ ਹਲਕਾ ਇੰਚਾਰਜ ਹੈ। ਜੇ ਹੀ ਕਾਂਗਰਸ ਹੁੰਦੀ ਵਿਤਕਰਾ ਹੋਣਾ ਨਹੀਂ ਸੀ। ਜੇ ਹੀ ਕਾਂਗਰਸ ਹੁਣ ਬਾਹਰੋਂ ਬੱਸਾਂ ਜਾਂਦੀਆਂ ਟਾਈਮ ਟੇਬਲ 'ਚ, ਜਿਹੜੀ ਟਰਾਂਸਪੋਰਟ ਦਾ ਟਾਈਮ ਟੇਬਲ ਦੇ ਵਿੱਚ ਜਲੰਧਰ ਅੰਮ੍ਰਿਤਸਰ ਟਾਈਮ ਹੀ ਹੈ ਨਹੀਂ, ਉਹ ਵੀ ਗੱਡੀ ਚੱਲੀ ਜਾਂਦੀ ਉਹਨਾਂ ਦੇ ਨੇੜੇ ਆਉਂਦਾ ਖਰਾਜਾ ਵੜਾਂਗੇ। ਕਿੰਨਾਂ ਦੀਆਂ ਗੱਡੀਆਂ ਨੇ ਕਾਂਗਰਸੀ ਲੀਡਰਾਂ ਦੀਆਂ? ਇਹ ਸਰਦਾਰ ਜਸਵੀਰ ਸਿੰਘ ਡੈਂਪੇ ਦੀਆਂ ਗੱਡੀਆਂ। ਅਸੀਂ ਇਹ ਨਹੀਂ ਆਂਦੇ ਵੀ ਉਹਨਾਂ ਨੂੰ ਬੰਦ ਕਰੋ ਜਾਂ ਜੇ ਚਲੋ ਜਸਵੀਰ ਸਿੰਘ ਡੈਂਪੇ ਨੇ ਰੁਜ਼ਗਾਰ ਤਾਂ ਦਿੱਤਾ ਆਪਦੇ ਵਰਕਰਾਂ ਨੂੰ, ਵਰਕਰ ਤਾਂ ਉਹਦੇ ਕੰਮ ਲੱਗੇ ਆ ਨਾ, ਰੁਜ਼ਗਾਰ ਤਾਂ ਦਿੱਤਾ, ਚਾਹੇ ਪ੍ਰਾਈਵੇਟ ਹੀ ਆ, ਚੁੱਲ੍ਹੇ ਤਾਂ ਚੱਲ ਰਹੇ ਨਾ ਉਹਨਾਂ ਦੇ। ਸਾਡੇ ਕੀ ਪੈਰ ਲਤੜਦੇ ਆ ਚੱਲੀ ਜਾਣ, ਉਹ ਵੀ ਸਾਡੇ ਭਰਾ ਹੀ ਆ, ਰੋਟੀ ਤਾਂ ਖਾਂਦੇ ਆ ਨਾ। ਪਰ ਯਾਰ ਇਦਾਂ ਦੀਆਂ ਰੰਜਿਸ਼ਾਂ ਕਿਉਂ ਕਰਦੇ ਆ ਇਹ? ਤੁਸੀਂ ਮੰਤਰੀ ਸਾਹਿਬ ਨੂੰ ਸਵਾਲ ਕਰ ਲਿਓ, ਤੁਹਾਨੂੰ ਦੱਸ ਦੇਣਗੇ। ਮੈਂ ਤਾਂ ਕਈ ਵਾਰੀ ਸਵਾਲ ਕੀਤਾ, ਉਹ ਕਹਿੰਦੇ ਨੇ ਕਿ ਪਿਆਰ ਵੀ ਕਹਿੰਦੇ ਅਸੀਂ ਬੰਦ ਕੀਤੀ। ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੋਂ ਬੱਸਾਂ ਚੱਲਦੀਆਂ, ਟਾਈਮ ਟੇਬਲ ਹੀ ਹੈ ਨਹੀਂ, ਕਹਿੰਦੇ ਮੈਂ ਚੈੱਕ ਕਰਕੇ ਇਹ ਵੀ ਬੰਦ ਕਰਾਂਗਾ। ਕੋਈ ਨਹੀਂ ਕੀਤਾ। ਮੇਰਾ ਮੂੰਹ ਇੱਧਰ ਨੂੰ ਆ, ਪਿਆਰ ਬਸ ਪਿੱਛੇ ਖੜੀ ਹੋਵੇ ਮੇਰੇ ਤੇ ਮੈਨੂੰ ਦਿਸੇ ਨਾ, ਇਹ ਕਿਵੇਂ ਹੋ ਸਕਦਾ? ਤੁਹਾਡੇ ਕੈਮਰਾਮਾਨ ਸਾਹਿਬ ਕੈਮਰਾ ਘੁਮਾਵੇ ਦਿਸੇ ਨਾ। ਅੰਮ੍ਰਿਤਸਰ ਖੜਾ ਸੀ ਨਾ ਰਾਜਾ ਵੜਿੰਗ, ਤੁਹਾਡੇ ਪੱਤਰਕਾਰ ਨੇ ਭਰਾ ਨੇ ਸਵਾਲ ਕੀਤਾ ਸੀ, ਪਿਆਰ ਖੜੀ ਆ ਪਿੱਛੋਂ, ਗੱਲ ਗੋਲ ਮੋਲ ਕਰ ਗਿਆ। ਜਮਾਂ ਪਿੱਠ ਪਿੱਛੇ ਖੜੀ ਸੀ ਨਾਲ, ਕਿਉਂ ਗੱਲ ਗੋਲ ਮੋਲ ਕਰ ਗਿਆ? ਦਿੰਦਾ ਜਵਾਬ। ਅੱਛਾ ਬਾਈ, ਇੱਥੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਹੋਰ ਸਵਾਲ ਵੀ ਆਉਂਦਾ, ਕਹਿੰਦੇ ਨੇ ਕਿ ਕੀ ਇਕੱਲਾ ਟੈਕਸੀ ਸੀਗਾ? ਚਾਹੇ ਕਾਂਗਰਸੀ ਲੀਡਰ ਦੀ ਬੱਸ ਹੋਏ, ਚਾਹੇ ਅਕਾਲੀ ਲੀਡਰਾਂ ਦੀ ਬੱਸ ਹੋਏ, ਕਹਿੰਦੇ ਨੇ ਕਿ ਇੱਕ ਪਰਮਿਟ ਤੇ ਕਈ ਬੱਸਾਂ ਵੀ ਚੱਲਦੀਆਂ ਨੇ। ਇਹ ਕਿਸੇ ਇੱਕ ਬੱਸ ਦੀ ਮਾਮਲਾ ਨਹੀਂ ਹੈਗਾ, ਚਾਹੇ ਅਕਾਲੀ ਲੀਡਰਾਂ ਦਾ ਚਾਹੇ ਕਾਂਗਰਸੀ ਲੀਡਰਾਂ ਦਾ। ਕੀ ਵਾਕਈ ਇਹ ਜ਼ਮੀਨੀ ਪੱਧਰ ਤੇ ਤੁਸੀਂ ਵਿਚਰਦੇ ਹੋ? ਨਹੀਂ ਬਾਈ ਜੀ, ਪਤਾ ਕੀ ਗੱਲ ਹੈ, ਗੱਲ ਇਹ ਨਹੀਂ ਕਿ ਇੱਕ ਬੱਸ ਤੇ ਇੱਕ ਪਰਮਿਟ ਤੇ ਇੰਨੀਆਂ ਬੱਸਾਂ ਚੱਲਦੀਆਂ, ਹਨਾ। ਗੱਲ ਇਹ ਹੈ ਕਿ ਫਲੀਟ ਚੈੱਟ ਲਾਈ ਜਾਂਦੀ ਹੈ। ਜੇ ਕੱਲ ਨੂੰ ਕੋਈ ਗੱਡੀ ਖਰਾਬ ਹੋ ਜਾਂਦੀ ਹੈ, ਹੁਣ ਜਿਵੇਂ ਮੋਗਾ ਡਿਪੂ ਦੀ ਗੱਡੀ ਦਾ ਟਾਈਮ ਹੈ, ਉੱਥੇ ਜਲੰਧਰ ਡਿਪੂ ਵਾਲੇ ਕੱਢ ਸਕਦੇ। ਸਾਡੀਆਂ 4 ਸਪੇਅਰ ਗੱਡੀਆਂ ਹੁੰਦੀਆਂ, ਉਹ ਸਾਡੀਆਂ ਫਲੀਟ ਚੈੱਟ ਤੇ ਚੜ੍ਹੀਆਂ ਹੁੰਦੀਆਂ ਵੀ ਜੇ ਸਾਡੀ ਕੋਈ ਗੱਡੀ ਐਮਰਜੈਂਸੀ 'ਚ ਖਰਾਬ ਹੋ ਜਾਂਦੀ ਹੈ, ਅਸੀਂ ਉਹ ਗੱਡੀ ਭੇਜ ਸਕਦੇ ਹਾਂ। ਉਹ ਤਾਂ ਗੱਲ ਜਾਇਜ਼ ਹੈ ਨਾ, ਨਜਾਇਜ਼ ਤਾਂ ਨਹੀਂ ਨਾ। ਨਜਾਇਜ਼ ਤਾਂ ਹੋਵੇ ਵੀ ਗੱਡੀ ਸਪੈਸ਼ਲ ਬਾਹਰੋਂ ਲਾ ਲਈ ਜਾਂ ਉੱਧਰੋਂ ਭਰ ਲਈ, ਉਹ ਚੌਂਕ 'ਚੋਂ ਲਾ ਲਈ, ਉਹਨੂੰ ਨਜਾਇਜ਼ ਮੰਨਿਆ ਜਾਂਦਾ। ਫਲੀਟ ਤਾਂ ਸਰਕਾਰ ਦਾ ਹੀ ਹੈ ਨਾ। ਆਰਟੀਓ ਸਾਹਿਬ ਦੇ ਸੈਨਾਮਾ ਵਾਲੀ ਹੁੰਦਾ ਨਾ, ਫਲੀਟ ਚੈੱਟ ਤੇ ਚੜ੍ਹਦੀਆਂ ਗੱਡੀਆਂ, ਇੱਦਾਂ ਤਾਂ ਨਹੀਂ ਪਰਮਿਟ ਤੇ ਚੜ੍ਹਦੇ। ਅੱਛਾ, ਇਹ ਹੁਣ ਜਿੱਦਾਂ ਟੈਕਸ ਤਾਂ ਤੁਸੀਂ ਭਰਤਾ, ਹੁਣ ਸਾਰੀਆਂ ਬੱਸਾਂ ਛੱਡ ਦਿੱਤੀਆਂ ਗਈਆਂ ਕਿ ਜਾਂ ਅਜੇ ਵੀ ਕੋਈ ਜ਼ਬਤ ਹੈਗੀ ਹੈ? ਨਹੀਂ, ਸਾਰੀਆਂ ਗੱਡੀਆਂ ਛੱਡਤੀਆਂ ਜੀ, ਸਾਡਾ ਟੈਕਸ ਵੀ ਕਲੀਅਰ ਹੈ, ਠੀਕ ਹੈ। ਤੇ ਗੱਡੀਆਂ ਸਾਰੀਆਂ ਸਾਡੀਆਂ ਛੱਡਤੀਆਂ। ਅਸੀਂ ਤੁਹਾਡੇ ਮਾਧਿਅਮ ਰਾਹੀਂ ਸੁਪਰੀਮ ਕੋਰਟ ਦਾ, ਹਾਈ ਕੋਰਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਸਾਡਾ ਰੁਜ਼ਗਾਰ ਫਿਰ ਸਾਡਾ ਵਾਪਸ ਆਇਆ, ਠੀਕ ਹੈ। ਤੇ ਵਧਾਈ ਦੇਣਾ ਚਾਹੁੰਦੇ ਹਾਂ ਤੁਹਾਨੂੰ ਵੀ, ਮੀਡੀਆ ਵਾਲਿਆਂ ਨੂੰ, ਤੁਸੀਂ ਸਾਡਾ ਬਹੁਤ ਸਾਥ ਦਿੱਤਾ। ਤੇ ਇੱਕ ਜਿਹੜੀ ਅਸਲੀਅਤ ਸੀ ਉਹ ਇਹਨਾਂ ਦੇ ਸਾਹਮਣੇ ਲਿਆਉਂਦੇ ਰਹੇ, ਤੇ ਉਹ ਤਾਂ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਵੀ ਇੱਕ ਵਿਤਕਰੇ ਦੀ ਰਾਜਨੀਤੀ ਕੀਤੀ ਗਈ ਸੀ ਰਾਜੇ ਵੜਿੰਗ ਵੱਲੋਂ। ਹੁਣ ਗਿੱਦੜਵੇ ਦੇ ਵਿੱਚ ਇੱਕ ਪਾਰਕ ਦਾ ਉਦਘਾਟਨ ਕਰਨ ਲਈ ਸਾਰੀ ਕਾਂਗਰਸ ਬੁਲਾ ਲਈ ਉੱਥੇ, ਸਿਰਫ ਇੱਕ ਪਾਰਕ ਦਾ ਉਦਘਾਟਨ ਕਰ ਲਈ। ਤੇ ਜੇ ਗਿੱਦੜਵੇ ਦੇ ਪਰਲੇ ਪਾਸੇ ਵੇਖਿਆ ਵੇ, ਉੱਧਰ ਲੋਕਾਂ ਨੂੰ ਪਾਣੀ ਨਹੀਂ ਸੀ ਮਿਲ ਰਿਹਾ, ਬੁਰਾ ਹਾਲ ਆ ਉੱਧਰ ਲੋਕਾਂ ਦਾ। ਹੁਣ ਸੁੱਖੀ ਰੰਧਾਵਾ ਉੱਤੇ ਬਿਆਨ ਦੇ ਕੇ ਆਇਆ, ਸਰਦਾਰ ਪ੍ਰਕਾਸ਼ ਸਿੰਘ ਬਾਲ ਦੇ ਖਿਲਾਫ ਬਿਆਨ ਦੇ ਕੇ ਆਇਆ ਵੀ ਇਹਦਾ ਨਾਲਾ ਲੁਕਦਾ ਹੁੰਦਾ ਸੀ। ਕਿ ਸੰਵਿਧਾਨ 'ਚ ਲਿਖਾਇਆ ਜਾਂਦਾ ਜਾਂ ਬੋਲਿਆ ਜਾਂਦਾ ਜਦੋਂ ਇਹ ਸਹੁੰ ਚੱਕਦੇ ਵੀ ਇੱਦਾਂ ਦੇ ਆਪਾਂ ਮੰਦੀ ਸ਼ਬਦ ਵਾਲੀ ਵਰਤਾਂਗੇ? ਇਹ ਕਿੱਥੇ ਲਿਖਿਆ ਇਹਨਾਂ ਨੇ? ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ, ਸਰਦਾਰਨੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਦੇ ਇੱਦਾਂ ਦੀ ਬਿਆਨਬਾਜ਼ੀ ਕੀਤੀ ਆ? ਇਹਨਾਂ ਨੂੰ ਇੱਕ ਬਿਆਨਬਾਜ਼ੀ ਸਿਰਫ ਇੱਕ ਨਿੰਦਣ ਦੀ ਬਿਆਨਬਾਜ਼ੀ ਹੈ ਇਹਨਾਂ ਦੀ। ਉਹਨੂੰ ਨਿੰਦ ਲਿਆ, ਉੱਧਰੋਂ ਮਜੀਠੀਆ ਸਾਹਿਬ ਨੂੰ ਨਿੰਦ ਲਿਆ, ਇੱਧਰੋਂ ਬਾਦਲ ਸਾਹਿਬ ਨੂੰ ਨਿੰਦ ਲਿਆ, ਠੀਕ ਹੈ। ਇਹਨਾਂ ਨੇ ਕੋਈ ਮੁੱਦੇ ਦੀ ਗੱਲ ਕਰਦੇ ਆ? ਮੁੱਦਾ ਹੈਗਾ ਇਹਨਾਂ ਕੋਲੇ? ਕੋਈ ਮੁੱਦਾ ਨਹੀਂ ਨਾ। 84 ਦੀ ਕਦੇ ਗੱਲ ਕੀਤੀ ਹੈ ਸੰਵਿਧਾਨ 'ਚ? 84 ਦੇ ਜ਼ਖਮ ਹਜੇ ਵੀ ਹੱਲੇ ਆਪਣੇ, ਕਦੇ ਕੀਤੀ ਹੈ ਗੱਲ ਇਹਨਾਂ ਨੇ? ਪੁੱਛ ਕੇ ਦੇਖਿਓ ਇਹਨਾਂ ਨੂੰ, ਕਦੇ ਕੀਤੀ ਹੈ ਗੱਲ? ਸਿਰਫ ਇੱਕ ਨਿੰਦਣ ਦਾ ਕੋਈ ਵਿਕਾਸ ਮੁੱਦਾ ਹੈਗਾ? ਹੁਣ ਸਿੱਧੂ ਸਟੇਜਾਂ 'ਤੇ ਚੜ੍ਹਦਾ ਕਿਵੇਂ ਕਰਨ ਲੱਗ ਜਾਂਦਾ, ਹੈ ਨਾ। ਸਿੱਧੂ ਨੇ ਇੱਕ ਬਿਆਨ ਦਿੱਤਾ ਕਿ ਮੇਰਾ ਮੁੰਡਾ 40,000 ਤਨਖਾਹ 'ਤੇ ਕੰਮ ਕਰਦਾ, ਉਹ ਸੰਤੁਸ਼ਟ ਹੈ। 40,000 ਤੇ ਤਨਖਾਹ 'ਤੇ ਆਪੇ ਸੰਤੁਸ਼ਟ ਆ ਬਈ, ਕੰਮ ਕਰੂਗਾ। 40,000 ਸਾਨੂੰ ਦੇ ਅਸੀਂ ਸੰਤੁਸ਼ਟ ਹੋਵਾਂਗੇ, ਕੰਮ ਕਰਾਂਗੇ। ਪਿੱਛੇ ਜਿਉਂ ਪ੍ਰਾਪਰਟੀ ਬਹੁਤ ਜੁੜੀ ਹੈ, ਉਹਨੂੰ ਕੀ ਲੋੜ ਹੈ? ਕੱਲ੍ਹ ਨੂੰ ਸਿੱਧੂ ਨੂੰ ਕਹਿਣਾ ਉਹਦਾ ਵਿਆਹ ਕਰ, ਫਿਰ ਪਤਾ ਲੱਗੂ 40,000 ਤੇ ਤਨਖਾਹ 'ਤੇ ਕੰਮ ਕਰਦਾ ਕਿ ਨਹੀਂ ਕਰਦਾ, ਘਰ ਤੋਰਨੇ ਕਿਵੇਂ ਔਖੇ ਹੈ, ਪਤਾ ਲੱਗ ਜੂਗਾ। ਅੱਛਾ, ਟੈਕਸ ਦਾ ਮਾਮਲਾ, ਜਿੱਥੇ ਕਾਂਗਰਸੀ ਲੀਡਰਾਂ ਦਾ ਵੀ ਟੈਕਸ ਪੈਂਡਿੰਗ ਸੀਗਾ, ਮੇਰੀ ਬਾਬਾ ਹੈਨਰੀ ਹੋਣਾ ਦੇ ਨਾਲ ਵੀ ਮੈਂ ਇੰਟਰਵਿਊ ਕੀਤੀ, ਉਹਨਾਂ ਨੂੰ ਵੀ ਸਵਾਲ ਕੀਤਾ। ਉਹ ਵੀ ਕਹਿੰਦੇ ਸੀਗੇ ਕਿ ਕਰੋਨਾ ਦੇ ਵਿੱਚ ਟੈਕਸ ਨਹੀਂ ਭਰੇਗੇ, ਸਾਡੇ ਕੋਲ ਬੱਸਾਂ ਚੱਲੀਆਂ ਨਹੀਂ, ਉਦੋਂ ਆਮਦਨ ਹੋਈ ਨਹੀਂ, ਇਸ ਕਰਕੇ ਟੈਕਸ ਨਹੀਂ ਭਰੇਗੇ। ਤਾਂ ਅਕਾਲੀ ਲੀਡਰਾਂ ਦੀ ਇਸੇ ਕਾਰਨ ਜਿਹੜੀ ਉਹ ਜ਼ਬਤ ਕੀਤੀ ਗਈ। ਕਿ ਰੋਡਵੇਜ਼ ਦੀਆਂ ਬੱਸਾਂ ਸੀਗੀਆਂ, ਇਹਨਾਂ ਸਾਰਿਆਂ ਦੇ ਟੈਕਸ ਭਰੇ ਗਏ ਸੀਗੇ? ਕਿਸੇ ਦਾ ਨਹੀਂ ਬਾਈ ਜੀ ਟੈਕਸ ਭਰਿਆ ਗਿਆ, ਬਿਲਕੁਲ। ਸਾਡੇ ਮਾਨਯੋਗ ਸਰਦਾਰ ਬਹੁਤ ਹੀ ਵਧੀਆ ਇਨਸਾਨ ਆ ਬਾਬਾ ਹੈਨਰੀ ਜੀ, ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ। ਕਿਸੇ ਦਾ ਨਹੀਂ ਟੈਕਸ ਭਰਿਆ ਗਿਆ। ਪਹਿਲਾਂ ਕਰੋਨਾ ਨੇ ਮਾਰਤੀ,
ਫਿਰ ਰਹਿੰਦਾ ਖੁੰਦਾ ਕੈਪਟਨ ਸਾਹਿਬ ਬੁੜੀਆਂ ਨੂੰ ਕਿਰਾਇਆ ਫ੍ਰੀ ਕਰ ਗਏ ਜੀ। ਬਾਕੀ ਡੀਜ਼ਲ ਦੀ ਮਾਰ ਪੈ ਗਈ। ਡੀਜ਼ਲ ਦੀ ਮਾਰ ਪੈ ਗਈ ਜੀ। ਮਾਰਾਂ ਤਾਂ ਬਹੁਤ ਪੈ ਗਈਆਂ ਨਾ, ਝੱਲੀਆਂ ਤਾਂ ਪ੍ਰਾਈਵੇਟ ਨੇ ਨਾ, ਫਿਰ ਵੀ ਸਾਡਾ ਰੁਜ਼ਗਾਰ ਚੱਲਦਾ ਰਿਹਾ। ਸਾਨੂੰ ਉਹ ਮਾਲਕ ਜਿਉਂਦੇ ਵਸਦੇ ਰਹਿਣ, ਕੋਈ ਵੀ ਪ੍ਰਾਈਵੇਟ ਅਦਾਰੇ ਦਾ ਮਾਲਕ ਉਹ ਜਿਉਂਦੇ ਵਸਦੇ ਰਹਿਣ, ਸਾਨੂੰ ਰੁਜ਼ਗਾਰ ਦਿੰਦੇ ਰਹੇ, ਸਾਡੇ ਚੁੱਲ੍ਹੇ ਚੱਲਦੇ ਰਹੇ। ਅਰੁਣਾ ਚੌਧਰੀ ਸੀਗੇ ਪਹਿਲਾਂ, ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ, ਤਾਂ ਉਦੋਂ ਵੀ ਕਦੇ ਇਹੋ ਜਿਹੀ ਦਿੱਕਤ ਆਈ ਸੀਗੀ? ਨਹੀਂ, ਕਦੇ ਨਹੀਂ ਆਈ ਇਦਾਂ ਨਹੀਂ, ਐਸੇ ਵਾਰ ਆਈ। ਪਹਿਲਾਂ ਇਹ ਲੋਕ ਦਿਖਾਵਾ ਯਾਰਾ ਕੀਤਾ ਹੀ ਨਹੀਂ ਜੀ। ਨਹੀਂ ਜਿਆਦਾ ਬਾਈ ਜੀ, ਲੋਕ ਦਿਖਾਵਾ ਜ਼ਿਆਦਾ ਕੀਤਾ ਗਿਆ। ਪਹਿਲਾਂ ਕਦੇ ਨਹੀਂ ਇਦਾਂ ਦੀ ਦਿੱਕਤ ਆਈ ਸੀ, ਕਿਉਂਕਿ ਉਦੋਂ ਅਸਲ ਰੌਲਾ ਉੱਥੇ ਹੀ ਆਉਂਦਾ ਨਾ। ਬਾਰ-ਬਾਰ ਆਪਾਂ ਕੀ ਗੱਲ ਕਰੀ ਜਾਂਦੇ, ਕਰੋਨਾ ਨੇ ਮਾਰ ਸਾਰਿਆਂ ਨੂੰ ਤਾਂ ਪਾਈ ਜੀ। ਤੁਹਾਨੂੰ ਵੀ ਮਾਰ ਪਾਈ ਹੋਊਗੀ, ਹਰੇਕ ਬੰਦੇ ਨੂੰ ਮਾਰ ਪਾਈ ਹੈ। ਕਿਹੜੇ ਬੰਦੇ ਨੂੰ ਨਹੀਂ ਮਾਰ ਪਈ ਕਰੋਨਾ 'ਚ, ਦੱਸੋ ਮੈਨੂੰ। ਟੈਕਸ ਤਾਂ ਕਲੀਅਰ ਹੁੰਦੀ ਰਹੇ ਆ। ਸੌਰੀ 50% ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ, ਸਰਦਾਰ ਹਰਦੀਪ ਡੈਂਪੀ ਢਿੱਲੋਂ ਦੀਆਂ, ਜਾਂ ਸਰਦਾਰ ਗੁਰਦੀਪ ਸਿੰਘ ਜੁਝਾਰ ਬੱਸ ਦੇ ਮਾਲਕ ਹੈ। ਇੱਕ ਦਾਅਵੇ ਨਾਲ ਗੱਲ ਅਸੀਂ ਕਹਿੰਦੇ ਆ, ਸਾਰਾ ਕੰਮ ਇੱਕ ਨੰਬਰ ਦਾ ਬਾਈ ਜੀ, ਇੱਕ ਨੰਬਰ ਦਾ। ਇੱਕ ਵੀ ਟੈਕਸ ਜਾਂ ਇੱਕ ਵੀ ਰੁਪਈਆ ਸਰਕਾਰ ਦਾ ਪੈਂਡਿੰਗ ਨਹੀਂ ਰਹਿੰਦਾ। ਰਾਜਾ ਵੜਿੰਗ ਕਹਿੰਦੇ ਸਾਰਾ ਹੀ 2 ਦਾ ਚੱਲਦਾ ਕਹਿੰਦੇ। ਅੱਛਾ, ਰਾਜਾ ਵੜਿੰਗ ਨੂੰ ਕਿਆ ਸਾਬਤ ਕਰਕੇ ਵਿਖਾ, ਉਹਨੂੰ ਪਤਾ ਹੀ ਨਹੀਂ 2 ਦਾ ਕਿੱਥੇ ਚੱਲਦਾ। ਜੇ 2 ਦਾ ਸੀਗਾ ਫਿਰ ਫੜ ਕੇ ਅੰਦਰ ਕਿਉਂ ਨਹੀਂ ਕੀਤੀਆਂ? ਕੱਲਾ ਟੈਕਸ ਪਿੱਛੇ ਕਰਤੀਆਂ। ਤੁਸੀਂ ਜ਼ਮੀਨੀ ਪੱਧਰ ਤੇ ਵਿਚਰਦੇ ਹੋ, ਤੁਹਾਨੂੰ ਸਾਰਾ ਪਤਾ ਹੁੰਦਾ ਕਿ ਕਿਹੜੀ ਬੱਸ ਕਦੋਂ ਚੱਲਦੀ ਹੈ, ਕਿਹੜੀ ਬੱਸ ਕਦੋਂ ਨਹੀਂ ਚੱਲਦੀ। ਜਿੱਦਾਂ ਰਾਜਾ ਵੜਿੰਗ ਕਹਿੰਦੇ ਨੇ ਕਿ ਮੈਂ ਵਿਤਕਰਾ ਨਹੀਂ ਕੀਤਾ, ਕਹਿੰਦੇ ਕਾਂਗਰਸੀਆਂ ਦੀਆਂ ਵੀ ਬੱਸਾਂ ਜ਼ਬਤ ਕੀਤੀਆਂ। ਜਿੰਨੀਆਂ ਬੱਸਾਂ ਜ਼ਬਤ ਹੋਈਆਂ, ਤੁਹਾਨੂੰ ਲੱਗਦਾ ਕਿ ਅਕਾਲੀ ਲੀਡਰਾਂ ਦੀਆਂ ਬੱਸਾਂ ਤੋਂ ਸਿਵਾ ਕੋਈ ਜ਼ਬਤ ਹੋਈ ਕਿ ਨਹੀਂ ਹੋਈ? ਸਾਨੂੰ ਤਾਂ ਦਿਸਿਆ ਨਹੀਂ ਬਾਈ ਕੋਈ ਜੀ। ਸਾਨੂੰ ਤਾਂ ਦਿਸਿਆ ਨਹੀਂ। ਆਰਬਿਟ ਤੇ ਨਿਊਦੀਪ ਤੋਂ ਇਲਾਵਾ ਕੀਤੀ ਹੋਵੇ। ਪੇਪਰ 'ਚ ਖਬਰ ਨਹੀਂ ਆਈ, ਕਿਸੇ ਦੀ ਫੋਟੋ ਹੈ ਨਹੀਂ ਨਾ ਕਿ ਫੋਟੋ ਹੋਈ ਆ। ਸਾਨੂੰ ਤਾਂ ਦਿਸਿਆ ਨਹੀਂ, ਦਿਖਾ ਵੀ ਦੇਵੇ। ਹਾਂ, ਕਿੰਨੀਆਂ? 32 ਗੱਡੀਆਂ ਜਲੰਧਰ ਤੋਂ ਅੰਮ੍ਰਿਤਸਰ ਆਪਣੇ ਕਾਊਂਟਰ ਹੈ ਨਾ। ਤਾਂ ਕੋਈ ਬੰਦ ਨਹੀਂ ਹੋਈ? ਕੋਈ ਬੰਦ ਨਹੀਂ ਹੋਈ ਤੇ ਕੋਈ ਕਿਸੇ ਦਾ ਕੋਈ ਟਾਈਮ ਨਹੀਂ ਕਾਊਂਟਰ ਟਾਈਮ ਟੇਬਲ 'ਚ ਟਾਈਮ ਹੈ ਨਹੀਂ। ਹੋਰ ਦੱਸੋ, ਟਾਈਮ ਟੇਬਲ 'ਚ ਟਾਈਮ ਹੈ ਨਹੀਂ ਬਾਈ ਜੀ। 32 ਗੱਡੀਆਂ 2 ਅਸੀਂ ਨਹੀਂ ਆਂਦੇ ਵੀ ਉਹਨਾਂ ਨੂੰ ਬੰਦ ਕਰੋ। ਜੇ ਰੁਜ਼ਗਾਰ ਮਿਲਿਆ ਕਿਸੇ ਨੂੰ, ਠੀਕ ਆ। ਤੁਸੀਂ ਨੌਕਰੀਆਂ ਤੁਸੀਂ ਨਹੀਂ ਦੇ ਰਹੇ ਸਰਕਾਰੀ, ਲੋਕ ਸੜਕਾਂ ਤੇ ਆਏ ਫਿਰਦੇ ਆ, ਟੀਚਰ ਆਏ ਫਿਰਦੇ ਆ ਵਿਚਾਰੇ, ਹਨਾ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਵੀ ਅਸੀਂ ਵਿਤਕਰੇ ਤੋਂ ਉੱਠ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਆਪਾਂ ਕਹਿੰਦੇ ਹਨਾ ਵੀ ਤੁਸੀਂ ਤਾਂ ਵਿਤਕਰੇ ਨੂੰ ਵੀ ਪਿੱਛੇ ਛੱਡ ਕੇ ਤੁਸੀਂ ਤਾਂ ਤਾਨਾਸ਼ਾਹ ਵਾਲਾ ਰਾਜ ਅਪਣਾ ਲਿਆ। ਕਿੰਨਾ ਹੁਣ ਟੀਚਰਾਂ ਤੇ ਤਹਿਤ ਹੋਇਆ, ਮਾਨਸਾ ਵਿਚਾਰਿਆਂ ਤੇ ਕਿੰਨੇ ਕੁੱਟੇ ਗਏ ਵਿਚਾਰੇ, ਮੂੰਹ ਫੜ ਕੇ ਬੋਲੀ ਗਏ। ਅੱਗੋਂ ਚੰਨੀ ਸਾਹਿਬ ਕਹਿ ਰਹੇ ਆ ਇੰਨਾ ਕੁ ਤਾਂ ਇਹ ਸ਼ਗਨ ਕਰਦੇ ਹੀ ਹੁੰਦੇ ਆ। ਦੱਸ ਯਾਰ, ਉਹ ਸ਼ਗਨ ਉਹ ਡਾਂਗਾ ਖਾਣਾ ਹੈ। ਉਹ ਕਿਸੇ ਦੇ ਧੀਆਂ ਪੁੱਤ ਨਹੀਂ, ਨਿੱਕੇ ਨਿੱਕੇ ਜਵਾਕ ਲੈ ਕੇ ਰੋਡਾਂ ਤੇ ਤੁਰੇ ਫਿਰਦੇ ਬਾਈ। ਯਾਰ ਹਾਲਾਤ ਕਿੱਦਾਂ ਦੇ ਕਰਤੇ ਇਹਨਾਂ ਨੇ ਆ ਕੇ। ਤੁਹਾਨੂੰ ਅੱਖੀਆਂ ਨੇ 2.5 ਮਹੀਨੇ ਹੋ ਗਏ ਵਿਚਾਰੇ ਨੂੰ। ਇੱਕ ਟੀਚਰ ਦੀ ਤਾਂ ਵਿਚਾਰੇ ਦੀ ਹਾਲਤ ਬਹੁਤ ਗੰਭੀਰ ਹੋ ਗਈ ਸੀ। ਦੁਸਹਿਰੇ ਤੋਂ 2 ਦਿਨ ਬਾਅਦ ਬਹਿ ਗਏ ਤੇ ਹੁਣ ਮਹੀਨੇ ਵੇਖ ਲਓ ਕਿੰਨੇ ਹੋ ਗਏ। ਇੱਕ ਦਿਨ ਵੀ ਨਹੀਂ ਪੁੱਛਿਆ ਕਿਸੇ ਹਾਂ, ਇੱਕ ਦਿਨ ਨਹੀਂ ਪੁੱਛਿਆ ਆ ਕੇ। ਲੀਡਰ ਕੋਈ ਸਰਦਾਰ ਪ੍ਰਗਟ ਸਿੰਘ ਮੰਤਰੀ ਹੈ, ਪੁੱਛ ਲੈਣ ਖਾ ਕੇ ਇਹਨਾਂ ਦੀ ਸਾਰ ਲੈ ਲੈਣ ਵਿਚਾਰਿਆਂ ਦੀ। 2.5 ਮਹੀਨੇ ਹੋ ਗਏ ਬੈਠੇ ਨੂੰ, ਘਰ-ਬਾਰ ਛੱਡੀ ਬੈਠੇ। ਕਾਹਤੋਂ ਬੈਠੇ, ਜੀ ਕਰਦਾ ਇਹਨਾਂ ਦਾ। ਧੁੰਦਾਂ 'ਚ ਬੈਠੇ ਆ ਕੇ, 2.5 ਮਹੀਨੇ ਹੋ ਗਏ ਬੈਠਿਆਂ ਨੂੰ, ਇਹਨਾਂ ਨੂੰ ਲੈ ਲੈਣ ਇਹਨਾਂ ਦੀ ਸਾਰ। ਪੁੱਛਣ ਤਾਂ ਸੀ ਆ ਕੇ ਯਾਰ, ਕਮ ਸੇ ਕਮ ਪੁੱਛਣ ਤਾਂ ਸੀ। ਅਕਸਰ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਯਾਰ, ਲੋਕਾਂ ਨੇ ਤੁਹਾਨੂੰ ਚੁਣਿਆ ਯਾਰ, ਨੁਮਾਇੰਦੇ ਹੋ ਤੁਸੀਂ। ਲੋਕੀ ਇੱਕ ਆਸ ਉਮੀਦ ਰੱਖਦੇ ਆ ਤੁਸੀਂ। ਤੁਸੀਂ ਸੁਣਿਆ ਤੇ ਸੁਭਾਨਾ ਭੈਂਡਾ ਕੈਂਟ ਹਲਕੇ 'ਚ ਮਨਪ੍ਰੀਤ, ਮੈਂ ਕੱਲ ਸਰਦਾਰ ਜਗਵੀਰ ਸਿੰਘ ਬਰਾੜ ਨਾਲ ਗਿਆ, ਜਾ ਵੜਿਆ। ਉਹਨਾਂ ਨਾਲ ਮੋਹ ਪਿਆਰ ਹੈ, ਥੋੜ੍ਹੀ ਰਿਸ਼ਤੇਦਾਰੀ ਵੀ ਰਲਦੀ ਹੈ, ਠੀਕ ਹੈ। ਉਹ ਲੋਕ ਕਹਿੰਦੇ ਹੁੰਦੇ ਨੇ, ਇੱਕ ਕੰਮ ਨੂੰ ਪੂਜਿਆ ਜਾਂਦਾ, ਬੰਦੇ ਨੂੰ ਕੰਮ ਨੂੰ ਯਾਦ ਕੀਤਾ ਜਾਂਦਾ। ਸੁਭਾਨਾ ਪਿੰਡ ਕੱਲ ਕਾਂਗਰਸ ਛੱਡ ਕੇ ਪ੍ਰਗਟ ਹਲਕੇ 'ਚੋਂ 40 ਪਰਿਵਾਰ ਅਕਾਲੀ ਦਲ 'ਚ ਸ਼ਾਮਲ ਹੋਏ, ਠੀਕ ਹੈ। ਉਹ ਮੈਂ ਇੱਕ ਗੱਲ ਨੋਟ ਕੀਤੀ ਉੱਥੇ, ਜਿਹੜਾ ਵੀ ਬੰਦਾ ਆਵੇ, ਬਰਾੜ ਸਾਹਿਬ ਤੁਸੀਂ ਇਹ ਕੰਮ ਕਰ ਗਏ, ਬਰਾੜ ਸਾਹਿਬ ਤੁਸੀਂ ਇਹ ਕੰਮ ਕਰ ਗਏ। ਜੇ ਉਹਨੇ ਕੀਤੇ ਸੀ ਤਾਂ ਉਹਨਾਂ ਨੂੰ ਕਿਹਾ। ਕਾਂਗਰਸੀ ਲੀਡਰ ਨੂੰ, ਐਮਐਲਏ ਨੂੰ ਨਹੀਂ ਕਹਿ ਦਿੰਦਾ ਵੀ ਤੁਸੀਂ ਪ੍ਰਗਟ ਜੀ ਤੁਸੀਂ ਆਹ ਕੰਮ ਕਰ ਗਏ, ਤੁਸੀਂ ਆਹ ਕੰਮ ਕਰ ਗਏ। ਉਹ ਕਿਉਂਕਿ ਹੁਣ ਜਲਾਲਾਬਾਦ ਹਲਕਾ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿੰਨੇ ਕੰਮ ਕੀਤੇ। ਜਲਾਲਾਬਾਦ ਹਲਕੇ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਂ ਨਾਲ ਜਾਣਿਆ ਜਾਂਦਾ। ਬਠਿੰਡਾ ਹਲਕਾ ਵੀ ਹਰਸਿਮਰਤ ਕੌਰ ਨੇ ਕਿੰਨੇ ਕੰਮ ਕੀਤੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਮਜੀਠੇ ਹਲਕੇ 'ਚ ਕਿੰਨੇ ਕੰਮ ਕੀਤੇ, ਕਿੰਨੇ ਵਾਰੀ ਚੋਣ ਜਿੱਤ ਗਏ। ਉਹ ਬਾਈ ਜੀ ਲੋਕਡਾਊਨ ਦੇ ਵਿੱਚ ਵੀ ਘਰ ਘਰ ਆਪ ਰਾਸ਼ਨ ਪਹੁੰਚਾਇਆ ਉਹਨਾਂ ਨੇ। ਚੰਗੇ ਕੰਮ ਕੀਤੇ ਆ, ਲੋਕ ਵੋਟਾਂ ਪਾਉਂਦੇ ਆ, ਨਹੀਂ ਕੌਣ ਪਾਉਂਦਾ। ਹੁਣ ਵੱਡੇ ਬਾਦਲ ਸਾਹਿਬ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਹਰ 6 ਮਹੀਨਿਆਂ 'ਚ 2 ਵਾਰੀ ਸੰਗਤ ਦਰਸ਼ਨ ਕਰਦੇ ਸੀ, ਲੋਕਾਂ 'ਚ ਵਿਚਰਦੇ ਸੀ ਜਾ ਕੇ। ਲੋਕਾਂ ਦੀ ਦੁੱਖ ਤਕਲੀਫ ਦਾ ਉਹਨਾਂ ਨੂੰ ਪਤਾ ਸੀਗਾ। ਤੇ ਇਹਨਾਂ 'ਚੋਂ ਦੱਸੋ ਕਿਹੜਾ ਆਉਂਦਾ। ਚੰਨੀ ਤਾਂ ਰਾਤ ਨੂੰ ਇੱਕ ਲੋਕ ਵਿਖਾਵਾ ਕਰਨ ਮਾਰਾ, ਠੀਕ ਹੈ, ਰਾਤ ਨੂੰ ਟੈਂਟ ਲਾ ਲੈਂਦਾ, ਲੋਕਾਂ ਨੂੰ ਉੱਥੇ ਬੁਲਾ ਲੈਂਦਾ। ਕੀ ਗੱਲ ਵੀ ਲੋਕਾਂ ਨੇ ਕੁਝ ਦੇਣਾ, ਲੋਕਾਂ ਨੇ ਫਤਵਾ ਦਿੱਤਾ, ਬਣਾਇਆ, ਤੂੰ ਲੋਕਾਂ 'ਚ ਜਾ, ਵਿਚਰ, ਸੰਗਤ ਦਰਸ਼ਨ ਕਰ, ਪੁੱਛ ਪੰਜਾਬ ਦੇ ਲੋਕਾਂ ਨੂੰ ਕੀ ਹਾਲਾਤ ਆ ਬਈ ਤੁਹਾਡੇ, ਕੀ ਨੇ, ਕੀ ਚਾਹੀਦਾ। ਇਹ ਤਾਂ ਪੰਜਾਬ ਦੇ ਲੋਕ ਦੱਸ ਹੀ ਦੇਣਗੇ। ਆਖਰੀ ਸਵਾਲ ਹੈ ਮੇਰਾ ਬਰਾੜ ਸਾਹਿਬ, ਹੁਣ ਸਾਰਾ ਟੈਕਸ ਧਾਰਿਆ ਗਿਆ, ਹੁਣ ਤਾਂ ਨਹੀਂ ਲੱਗਦਾ, ਕਿਉਂਕਿ ਮੰਤਰੀ ਅਜੇ ਵੀ ਹੈਗੇ ਨੇ ਰਾਜਾ ਵੜਿੰਗ, ਹੁਣ ਤਾਂ ਨਹੀਂ ਲੱਗਦਾ ਸਰਕਾਰ ਜਾਣ ਤੋਂ ਪਹਿਲਾਂ ਫਿਰ ਕੋਈ ਨਾ ਕੋਈ ਝਟਕਾ ਦੇ ਦੇਣ? ਬਾਈ ਜੀ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਉੱਤੇ ਤਾਂ ਹੈ ਨਹੀਂ ਨਾ ਕੋਈ ਵੀ। ਸੱਚ ਦੀ ਜਿੱਤ ਹੋਈ ਹੈ ਨਾ, ਉਹ ਤਾਂ ਉਹਨਾਂ ਨੂੰ ਵੀ, ਰਾਜਾ ਜੀ ਨੂੰ ਵੀ ਪਤਾ ਲੱਗ ਹੀ ਗਿਆ। ਹੁਣ ਮੇਰੇ ਭਰਾ ਤੇ ਬਠਿੰਡੇ ਹੈ ਜੀ ਇੰਚਾਰਜ, ਸਾਡੇ ਪ੍ਰਾਈਵੇਟ ਅਦਾਰੇ 'ਚ ਹੀ ਹੈ। ਮੇਰੇ ਭਰਾ ਬਾਰੇ ਤੁਸੀਂ ਮੀਡੀਆ ਵਾਲੇ ਪੁੱਛ ਕੇ ਵੇਖ ਲਓ, ਇੰਨਾ ਭਲਾ ਮਾਨਸ ਬੰਦਾ ਜੀ ਉਹ। ਉਹਦੇ ਤੇ ਰਾਜਾ ਵੜਿੰਗ ਨੇ ਪਰਚਾ ਕਰਾਤਾ।
ਆਖੇ ਸਰਕਾਰੀ ਕੰਮ 'ਚ ਵਿਘਨ ਪਾਉਣ ਦਾ। ਸਰਕਾਰੀ ਕੰਮ 'ਚ ਉਹਨੇ ਵਿਘਨ ਕਾਹਦਾ ਪਤਾ ਜਦੋਂ ਪੀਆਰਟੀਸੀ ਵਾਲੇ ਰੋਡਵੇਜ਼ ਵਾਲੇ ਹੜਤਾਲ ਕਰਦੇ, ਗੇਟ ਰੈਲੀਆਂ ਕਰਦੇ, ਉਦੋਂ ਸਰਕਾਰੀ ਕੰਮ 'ਚ ਵਿਘਨ ਨਹੀਂ। ਮੈਂ ਇਹ ਗੱਲ ਕੋਈ ਲਾ ਕੇ ਨਹੀਂ ਕਹਿੰਦਾ, ਉਹ ਸਾਡੇ ਭਰਾ ਹੈ, ਉਹ ਕਰਦੇ ਆਪਦੀ ਮਜਬੂਰੀ ਮਾਰੇ, ਉਹਨਾਂ ਦੀ ਮਜਬੂਰੀ ਹੈ, ਸ਼ੌਂਕ ਨਹੀਂ। ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਨੇ ਉਹਨਾਂ ਨੂੰ ਕੀ ਲੋੜ ਹੈ। ਹੁਣ ਮੇਰੇ ਭਰਾ ਨੇ ਕੀ ਸਰਕਾਰੀ ਕੰਮ 'ਚ ਵਿਘਨ ਪਤਾ, ਇੱਕ ਵਿਤਕਰੇ ਦੀ ਰਾਜਨੀਤੀ ਕੀਤੀ ਨਾ, ਵਿਤਕਰੇ ਦੀ ਰਾਜਨੀਤੀ ਕੀਤੀ ਹੈ ਨਾ। ਇਦੋਂ ਟਾਈਮ ਟੇਬਲ ਨੂੰ ਲੈ ਕੇ ਵੀ ਸਵਾਲ ਖੜੇ ਕਰਦੇ ਸੀਗੇ ਰਾਜਾ ਵੜਿੰਗ, ਕਹਿੰਦੇ ਨੇ ਕਿ ਪ੍ਰਾਈਵੇਟ ਬੱਸਾਂ ਵਾਲੇ ਸਰਕਾਰੀ ਬੱਸਾਂ ਦਾ ਟਾਈਮ ਵੀ ਚੱਕ ਜਾਂਦੇ ਨੇ। ਨਹੀਂ ਬਾਈ ਜੀ, ਕਿਤੇ ਦਿਖਾਈ ਦੇਣ। ਹੁਣ ਤਾਂ ਰੋਡ ਵਿੱਚ GPS ਲੱਗੇ ਆ, ਦਿਖਾਈ ਦੇਣ, ਸਾਰਾ ਕੁਝ ਲੱਗਿਆ, GPS ਲੱਗੇ, BDS ਲੱਗੇ, BDS ਲੱਗੇ ਆ, ਇਹਨਾਂ ਦੇ ਅੱਡਾ ਇੰਚਾਰਜ ਹੈਗੇ। ਜੇ ਦੇਖੋ ਬਾਈ ਜੀ, ਜੇ ਕਿਸੇ ਨੂੰ ਦੋਸ਼ ਦੇਣਾ ਉਹੀ ਦੇਈ ਜਾਓ। ਹੁਣ ਜਿਵੇਂ ਉਹੀ ਗੱਲ ਆ ਗਈ, ਹੁਣ CM ਚੰਨੀ ਸਾਹਿਬ ਨੇ ਕਿਹਾ ਸੀ ਉਹਨਾਂ ਦੀਆਂ ਬੱਸਾਂ 'ਚ ਰੇਪ ਹੁੰਦੇ ਰਹੇ। ਯਾਰ ਅਸੀਂ ਰੇਪ ਲਿਸਟ ਲੱਗਦੇ ਹਾਂ ਯਾਰ, ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ। ਤੈਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ, ਪੰਜਾਬ ਦੇ ਮੁੱਖੀ ਹਿੱਤਾਂ ਦੀ ਖਾਤਰ ਚੁਣਿਆ ਤੈਨੂੰ, ਹੈ ਨਾ ਵੀ। ਤੇ ਇਲਜ਼ਾਮ ਤਾਂ ਇਹਦੇ 'ਤੇ ਵੀ ਲੱਗੇ ਸੀ, ਚੰਨੀ ਤੇ ਮੀਟੂ ਦੇ। ਤੁਹਾਨੂੰ ਵੀ ਪਤਾ ਹੀ ਹੈ ਕਿੰਨਾ ਰੌਲਾ ਪਿਆ ਸੀ, ਕਿੰਨਾ ਰੌਲਾ ਪਿਆ ਸੀਗਾ। 94 ਦਾ ਕਾਂਡ ਫਿਰ ਯਾਦ ਕਰਾਉਣਾ ਭੁੱਲ ਗਿਆ ਕੋਈ ਇਹਨਾਂ ਦੇ ਹਲਕੇ 'ਚ। ਹੁਣ ਜਿਹੜੇ ਮੁੱਦੇ ਕਰਨ ਵਾਲੇ ਉਹ ਤੁਸੀਂ ਕਰੋ। ਜਗਦੀਸ਼ ਸਿੰਘ ਟੈਟਲਰ ਹੈ, ਸੱਜਣ ਕੁਮਾਰ ਹੈ, ਹੈ ਨਾ। 84 'ਚ ਕਿੰਨਾ ਆਪਣੇ ਸਿੱਖ ਕੌਮ 'ਤੇ ਉਹਨਾਂ ਨੇ ਅਤਿਆਚਾਰ ਕੀਤਾ। ਤੁਹਾਡੀ ਕਾਂਗਰਸ ਦੇ ਵਿੱਚ ਹੈ, ਮੌਜੂਦਾ ਤੁਸੀਂ ਮੁੱਖ ਮੰਤਰੀ ਹੋ, ਆਵਾਜ਼ ਉਠਾ ਲਓ ਉਹਨਾਂ ਖਿਲਾਫ, ਕਿਉਂ ਨਹੀਂ ਉਠਾਉਂਦੇ? ਜਿਹੜੇ ਮੁੱਦੇ ਉਹ ਚੱਕੋ। ਕੀ ਯਾਰ ਸਾਡੇ ਵਰਗੇ ਜਿਹੜੇ ਹੁਣ ਮਾਤੜ ਲੋਕ ਹੈ, ਹੈ ਨਾ ਬਾਈ ਯਾਰ, ਜਿਨ੍ਹਾਂ ਦਾ ਰੁਜ਼ਗਾਰ ਹੀ ਇੱਥੋਂ ਚੱਲਦਾ, ਸਾਡੇ ਵਰਗੇ ਲੋਕਾਂ ਦਾ ਇੱਦਾਂ ਵਿਤਕਰੇ ਕਰਕੇ ਇਹਨਾਂ ਨੂੰ ਕੀ ਮਿਲੂਗਾ? ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਿੰਨੀ ਵਧੀਆ ਸੋਚ ਹੈ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਵਿਤਕਰਿਆਂ ਤੋਂ ਉੱਪਰ ਉੱਠ ਕੇ, ਠੀਕ ਹੈ, ਹਰੇਕ ਦੀ ਆਵਾਜ਼ ਸੁਣਦੇ ਆ। ਸਰਦਾਰ ਹਰਦੀਪ ਡੈਂਪੀ ਢਿੱਲੋਂ ਨੇ ਕਿਸਾਨ ਧਰਨੇ ਤੇ, ਕਿਸਾਨੀ ਧਰਨੇ ਤੇ ਕਿੰਨੀਆਂ ਗੱਡੀਆਂ ਭੇਜੀਆਂ। ਉਹਨੇ ਸੋਚਿਆ ਵੀ ਇਹ ਕਾਂਗਰਸੀ ਬੰਦਾ ਇਹ ਗੱਡੀ 'ਚ ਨਹੀਂ ਬਹਿਣਾ ਚਾਹੀਦਾ, ਇਕੱਲੇ ਅਕਾਲੀ ਜਾਣਗੇ। ਉਹਨੇ ਕਿਹਾ ਵੀ ਜਿਹਨੇ ਜਾਣਾ ਹੈ, ਬੱਸਾਂ ਜਾ ਰਹੀਆਂ, ਪਿੰਡਾਂ 'ਚੋਂ ਜਾ ਰਹੀਆਂ, ਜਿਹਨੇ ਜਾਣਾ ਚਾਹੁੰਦਾ ਕਿਸਾਨੀ ਧਰਨੇ ਤੇ ਜਾਣ। ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਔਰਬਿਟ ਬੱਸ ਦੇ ਬੱਸ ਆਪਰੇਟਰ ਹੈਗੇ ਨੇ, ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇੱਕ ਵਿਤਕਰੇ ਦੀ ਰਾਜਨੀਤੀ ਜਿਹੜੀ ਰਾਜਾ ਵੜਿੰਗ ਦੇ ਵੱਲੋਂ ਕੀਤੀ ਗਈ ਸੀਗੀ, ਹੁਣ ਸੁਪਰੀਮ ਕੋਰਟ ਦੇ ਵੱਲੋਂ ਵੱਡੀ ਰਾਹਤ ਦੇ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਿਆਸੀ ਲੜਾਈਆਂ ਕੋਰਟ ਦੇ ਵਿੱਚ ਨਾ ਘੜੀਸੀਆਂ ਜਾਣ, ਤੇ ਜਿਹੜੀਆਂ ਬੱਸਾਂ ਜ਼ਬਤ ਕੀਤੀਆਂ ਸੀਗੀਆਂ ਉਹਨਾਂ ਨੂੰ ਪਹਿਲਾਂ ਹੀ ਹਾਈ ਕੋਰਟ ਦੇ ਵੱਲੋਂ ਰਾਹਤ ਦੇ ਦਿੱਤੀ ਗਈ ਸੀਗੀ ਕਿ ਸਾਰੀਆਂ ਬੱਸਾਂ ਜ਼ਬਤ ਕੀਤੀਆਂ ਜਿਹੜੀਆਂ ਉਹ ਛੱਡੀਆਂ ਜਾਣ। ਤਾਂ ਹੁਣ ਸਾਰੀਆਂ ਬੱਸਾਂ ਛੱਡ ਦਿੱਤੀਆਂ ਗਈਆਂ ਨੇ, ਤੇ ਬੱਸ ਆਪਰੇਟਰਾਂ ਦਾ ਵੀ ਇਹੀ ਕਹਿਣਾ ਕਿ ਇਹ ਸਿਰਫ ਇੱਕ ਵਿਤਕਰੇ ਦੀ ਰਾਜਨੀਤੀ ਕੀਤੀ ਗਈ ਸੀਗੀ, ਜਿਸ ਨੂੰ ਹੁਣ ਸੁਪਰੀਮ ਕੋਰਟ ਨੇ ਇਨਸਾਫ ਦੇ ਦਿੱਤਾ ਹੈ। ਕੈਮਰਾਮੈਨ ਸਾਗਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।